ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰੈ। ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਗੁਰੂ ਪਿਆਰੇ ਸਤ ਸੰਗੀ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਬ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ।
ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਤਮਾਮ ਜੀਵਾਂ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਪੁਰਾਤਨ ਮਰਯਾਦਾ ਦੇ ਮੁਤਾਬਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪਾਂ ਸਾਰੇ ਹੀ ਗੁਰੂ ਪਿਆਰੇ ਸੰਗਤੀ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਸ੍ਰੀ ਮੁਖ ਵਾਕ ਨਵੀਨ ਸਵਰੂਪਾਂ ਦੇ ਅੰਗ 619 ਅਤੇ 20 ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਉਚਾਰਨ ਕਰਦੇ ਹਨ। ਹਮਰੀ ਗਣਤ ਨਾ ਗਣੀਆਂ ਕਾਈ। ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਨ ਦਾ ਢੰਗ ਸਾਨੂੰ ਸਿਖਾਉਂਦੇ ਨੇ। ਪਰਮਾਤਮਾ ਵਾਹਿਗੁਰੂ ਜੀ ਦੇ ਕੀਤੇ ਹੋਏ ਸਾਡੇ ਉੱਪਰ ਪਰਉਪਕਾਰ ਉਹ ਸਤਿਗੁਰੂ ਯਾਦ ਕਰਵਾਉਂਦੇ ਹਨ। ਆਰੰਭ ਦੀ ਪੰਕਤੀ ਦੇ ਵਿੱਚ ਸਤਿਗੁਰੂ ਦੇ ਬਚਨ ਹਨ, ਹਮਰੀ ਗਣਤ ਨਾ ਗਣੀਆਂ ਕਾਈ। ਹਮਰੀ ਦਾ ਅਰਥ ਹੈ ਸਾਡੀ ਤਮਾਮ ਜੀਵਾਂ ਦੀ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਗਣਤ ਦਾ ਅਰਥ ਜਿਹੜੀ ਗਿਣਤੀ ਹੈ ਪਾਪਾਂ ਤੇ ਪੁੰਨਾਂ ਦੀ, ਕਾਈ ਉੱਕਾ ਮਾਤਰ ਹੀ ਗਣੀਆਂ, ਉਹ ਗਿਣਤੀ ਨਹੀਂ ਕਰਨੀ ਕੀਤੀ। ਸਾਡੇ ਨਾ ਪਾਪਾਂ ਨੂੰ ਵੇਖਿਆ ਨਾ ਪੁੰਨਾਂ ਦੀ ਕੋਈ ਵਿਚਾਰ ਕੀਤੀ ਹੈ, ਕਿਉਂਕਿ ਜੇ ਲੇਖਾ ਜੋਖਾ ਕਰੇਗਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੇ ਹਰ ਜੀਵ ਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਪਾਪਾਂ ਦੇ ਪਲੜੇ ਭਾਰੀ ਹੋਣੇ ਨੇ। ਪਾਪਾਂ ਦੇ ਪਲੜੇ ਭਾਰੀ ਹੋਣ ਕਰਕੇ ਜਿਹੜਾ ਪੁੰਨ ਦਾ ਪਲੜਾ ਉਹਦੇ ਵਿੱਚ ਇੱਕ ਵੀ ਪੁੰਨ ਨਹੀਂ ਹੋਣਾ। ਇਸ ਲਈ ਅਸੀਂ ਵੀ ਇਹੀ ਬੇਨਤੀ ਕਰਨੀ ਹੈ ਕਿ ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆ ਕਰਕੇ ਸਾਡੇ ਪਾਪਾਂ ਤੇ ਪੁੰਨਾਂ ਦੀ ਕਾਈ ਉੱਕਾ ਮਾਤਰ ਹੀ, ਕੋਈ ਗਿਣਤੀ ਨਾ ਤੁਸੀਂ ਗਿਣਨੀ ਕਰੋ। ਜੇ ਗਿਣਤੀ ਵਿੱਚ ਪਰਮਾਤਮਾ ਆ ਗਿਆ ਤੇ ਕਿੱਥੇ ਬਖਸ਼ੇ ਜਾਵਾਂਗੇ। ਕਿੱਡੇ ਵੱਡੇ ਵੱਡੇ ਜਿਹੜੇ ਭੂਮੀਏ ਚੋਰ ਵਰਗੇ, ਬਲੀ ਕੰਧਾਰੀ ਵਰਗੇ, ਕੌਡੇ ਰਾਖਸ਼ ਵਰਗੇ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਪਾਪਾਂ ਤੇ ਪੁੰਨਾਂ ਦੀ ਵਿਚਾਰ ਕਰਨ ਲੱਗ ਜਾਂਦੇ, ਗਿਣਤੀ ਗਿਣਨ ਲੱਗ ਜਾਂਦੇ, ਕਿੱਥੇ ਉਹ ਬਖਸ਼ੇ ਜਾਣੇ ਸਨ। ਸਾਡੇ ਵੀ ਜਿਹੜੇ ਪਾਪ ਨੇ ਉਹਨਾਂ ਜੀਵਾਂ ਦੇ ਵਾਂਗ ਬੜੇ ਨਿੱਗਰ ਬੱਜਰ ਕਠੋਰ ਅਸੀਂ ਪਾਪ ਕੀਤੇ ਨੇ। ਇਸ ਲਈ ਮਹਾਰਾਜ ਤੁਸੀਂ ਕਿਰਪਾ ਦੇ ਘਰ ਵਿੱਚ ਆ ਕੇ ਸਾਡੇ ਪਾਪਾਂ ਤੇ ਪੁੰਨਾਂ ਦੀ ਕੋਈ ਗਿਣਤੀ ਨਾ ਕਰੋ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਬੜੇ ਪਿਆਰੇ ਬਚਨ ਲਿਖੇ ਨੇ। ਕਾਗਦ ਲੇਖਾ ਜੋ ਕਰੋ ਕਹਾਂ ਪੁਜਾਵੋ ਨਾਥ, ਔਗਣ ਹਮਰੇ ਬਖਸ਼ੀਏ ਮਾਥੇ ਧਰ ਕਰ ਹਾਥ। ਜੇ ਸਾਡੇ ਕਾਗਜ਼ਾਂ ਦੀ ਵਹੀਆਂ ਦੀ ਮਹਾਰਾਜ ਵਿਚਾਰ ਕਰੋਗੇ, ਪਾਪ ਪੁੰਨ ਜਿਸ ਤੇ ਲਿਖੇ ਜਾਂਦੇ ਨੇ, ਪਤਾ ਨਹੀਂ ਮਹਾਰਾਜ ਸਾਨੂੰ ਕਿੱਥੇ ਪਹੁੰਚਾ ਦੇਵੋਗੇ।
ਕੁੰਭੀ ਨਰਕਾਂ ਨੇ ਵੀ ਸਾਨੂੰ ਝੱਲਣਾ ਨਹੀਂ ਹੈ। ਇਸ ਕਰਕੇ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਸਾਡੇ ਮੱਥੇ ਦੇ ਉੱਪਰ, ਮਸਤਕ ਦੇ ਉੱਤੇ ਆਪਣੀ ਕਿਰਪਾ ਦਾ ਹੱਥ ਰੱਖ ਕਰਕੇ ਸਾਨੂੰ ਬਖਸ਼ ਲਓ। ਹਮਰੀ ਗਣਤ ਨਾ ਗਣੀਆਂ ਕਾਈ, ਹਮਰੀ ਸਾਡੀ ਤਮਾਮ ਜੀਵਾਂ ਦੀ ਪਰਮਾਤਮਾ ਨੇ ਕਾਈ ਉੱਕਾ ਮਾਤਰ ਹੀ ਪਾਪਾਂ ਪੁੰਨਾਂ ਦੀ ਕੋਈ ਗਿਣਤੀ ਨਹੀਂ ਗਿਣੀ ਹੈ। ਇਹੀ ਬੇਨਤੀ ਕਰੀਏ ਮਹਾਰਾਜ, ਅੱਗੇ ਵਾਸਤੇ ਵੀ ਸਾਡੀ ਕੋਈ ਗਿਣਤੀ ਨਾ ਕਰਿਓ। ਆਪਣਾ ਬਿਰਦ ਪਛਾਣ, ਤੁਸੀਂ ਆਪਣਾ ਜਿਹੜਾ ਬਿਰਦ ਦਾ ਅਰਥ ਹੁੰਦਾ ਸੁਭਾਅ, ਜਿਹੜਾ ਪੁਰਾਣੇ ਸਮੇਂ ਤੋਂ ਲੈ ਕੇ ਸਤਿਯੁਗ ਦੇ ਅੰਦਰ, ਤ੍ਰੇਤੇ ਦੁਆਪਰ ਦੇ ਵਿੱਚ ਆਪਣੇ ਭਗਤਾਂ ਦੀ ਕਿਵੇਂ ਪੈਜ ਰੱਖਦਾ ਆਇਆ ਪਰਮਾਤਮਾ, ਉਸੇ ਤਰ੍ਹਾਂ ਮਹਾਰਾਜ ਉਹ ਬਿਰਦ ਆਪਣਾ ਸੁਭਾਅ ਜਿਹੜਾ ਪਛਾਣ ਕਰਕੇ ਤੇ ਸਾਨੂੰ ਰੱਖ ਲਓ। ਉਹਨਾਂ ਭਗਤਾਂ ਦੇ ਉੱਤੇ ਆਪ ਜੀ ਨੇ ਤਰਸ ਕੀਤਾ, ਸਾਡੇ ਤੇ ਵੀ ਤਰਸ ਕਰੋ। ਉਹਨਾਂ ਤੇ ਦਿਆਲਤਾ ਕੀਤੀ, ਸਾਡੇ ਤੇ ਵੀ ਦਿਆਲਤਾ ਕਰੋ। ਉਹਨਾਂ ਦੇ ਐਸੇ ਔਗਣਾਂ ਨੂੰ ਨਹੀਂ ਆਪ ਜੀ ਨੇ ਚਿਤਾਰਿਆ, ਤੇ ਮਹਾਰਾਜ ਸਾਡੇ ਵੀ ਔਗਣ ਨਾ ਚਿਤਾਰੋ। ਆਪ ਜੀ ਦਾ ਜਿਹੜਾ ਐਸਾ ਬਿਰਦ ਸੁਭਾਅ ਹੈ, ਭਗਤ ਬਛਲ, ਕਿਰਪਾ ਨਿਧਾਨ, ਦੀਨ ਦਿਆਲ, ਤੇ ਉਸ ਨੂੰ ਪਛਾਨਣਾ ਕਰੋ। ਹਾਥ ਦੀ ਰਾਖੀ ਕਰ ਆਪਣੇ, ਆਪਣੇ ਜਿਹੜੇ ਪਿਆਰੇ ਨੇ ਗੁਰਸਿੱਖ, ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਨੇ ਪ੍ਰਤੱਖ ਹੱਥ ਦੇ ਕਰਕੇ ਵੀ ਰਾਖੇ ਰੱਖਣਾ ਕੀਤਾ, ਤੇ ਕਿਰਪਾ ਰੂਪੀ ਹੱਥ ਦੇ ਕਰਕੇ ਵੀ ਆਪਣੇ ਪਿਆਰਿਆਂ ਦੀ ਰਾਖੀ ਕਰਦਾ ਪਰਮਾਤਮਾ। ਸਦਾ ਸਦਾ ਰੰਗ ਮਾਣ, ਫਿਰ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਸਿਰ ਤੇ ਕਿਰਪਾ ਦਾ ਹੱਥ ਹੋ ਜਾਂਦਾ, ਵਾਹਿਗੁਰੂ ਦਾ ਪ੍ਰਤੱਖ ਹੱਥ ਗੁਰੂ ਦਾ ਰੱਖਿਆ ਜਾਂਦਾ, ਹਮੇਸ਼ਾ ਹਮੇਸ਼ਾ ਵਾਸਤੇ ਰੰਗ ਦਾ ਅਰਥ ਹੈ ਆਨੰਦ। ਆਨੰਦਾਂ ਨੂੰ ਮਾਣ ਮਾਨਣਾ ਕਰਦੇ ਨੇ, ਸੁੱਖਾਂ ਨੂੰ ਭੋਗਦੇ ਹਨ। ਸਾਚਾ ਸਾਹਿਬ ਸਾਧ ਮਿਹਰਵਾਨ, ਮੇਰਾ ਜਿਹੜਾ ਸਾਹਿਬ ਮਾਲਕ ਪਰਮਾਤਮਾ ਵਾਹਿਗੁਰੂ ਹੈ, ਉਹ ਸਾਚਾ ਸੱਚਾ ਹੈ। ਤਰਈ ਕਾਲ ਆਬਾਦ ਅਤਵੰਗ ਸਤਤਵੰਗ ਉਸ ਪਰਮਾਤਮਾ ਨੂੰ ਕਿਹਾ ਜਾਂਦਾ। ਤਿੰਨਾਂ ਸਮਿਆਂ ਵਿੱਚ ਉਹਦੀ ਕਦੇ ਅਭਾਵਤਾ ਨਹੀਂ ਹੁੰਦੀ ਹੈ। ਸੱਚਾ ਹੈ ਤਿੰਨਾਂ ਸਮਿਆਂ ਵਿੱਚ, ਸਦਾ ਵਾਸਤੇ ਹਮੇਸ਼ਾ ਵਾਸਤੇ ਮਿਹਰਬਾਨਗੀ ਕਰਦਾ ਹੈ ਜੀਵਾਂ ਦੇ ਉੱਪਰ। ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਮੇਰੇ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਮਨ ਨੂੰ ਬੰਨ ਪਾ ਦਿੱਤਾ ਹੈ। ਮਨ ਕੀ ਸੀ ਸਾਡਾ? ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਜਾ ਰਿਹਾ ਸੀ। ਮਾਇਆ ਦੀ ਜਿਹੜੀ ਐਸੀ ਤ੍ਰਿਸ਼ਨਾ ਦੀ ਅੱਗ ਹੈ, ਇਸ ਦੀਆਂ ਲਾਟਾਂ ਵਿੱਚ ਮਨ ਸੜਦਾ ਸੀ, ਤੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜਾ ਬੰਧਨ ਹੈ, ਇਹ ਸੰਤੋਖ ਦਾ ਪਾ ਦਿੱਤਾ। ਜਿੱਥੇ ਸੰਤੋਖ ਆ ਜਾਂਦਾ ਸਾਧ ਸੰਗਤ ਜੀ, ਉੱਥੇ ਫਿਰ ਤ੍ਰਿਸ਼ਨਾ ਦੀ ਅਗਨੀ, ਮਾਇਆ ਦੀ ਜਿਹੜੀ ਐਸੀ ਅੱਗ ਹੈ, ਇਹ ਸਾੜਦੀ ਨਹੀਂ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਸਤਿਗੁਰਾਂ ਨੇ ਕਿਰਪਾ ਕਰਕੇ ਮਨ ਨੂੰ ਸੰਤੋਖ ਦਾ ਬੰਨ ਪਾ ਦਿੱਤਾ ਹੈ। ਹੋਈ ਸਰਬ ਕਲਿਆਣ, ਫਿਰ ਸਰਬ ਸਾਰੇ ਤਰ੍ਹਾਂ ਕਰਕੇ ਜ਼ਿੰਦਗੀ ਦੇ ਵਿੱਚ ਕਲਿਆਣ ਦਾ ਅਰਥ ਖੁਸ਼ੀਆਂ ਬਣ ਗਈਆਂ। ਰਹਾਉ ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ। ਜੀਉ ਪਾਏ ਪਿੰਡ ਜਿਨ ਸਾਜਿਆ, ਜਿਸ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਜੀਵ ਤੇਰੇ ਉੱਪਰ ਕਿੱਡੇ ਵੱਡੇ ਪਰਉਪਕਾਰ ਕੀਤੇ ਨੇ। ਇਹ ਜਿਹੜਾ ਪਿੰਡ ਸਰੀਰ ਹੈ, ਇਹਨੂੰ ਸਾਜਿਆ ਸਜਾਉਣਾ ਕੀਤਾ ਪਰਮਾਤਮਾ ਨੇ। ਇਹਨੂੰ ਸਜਾਉਣ ਦੇ ਵਾਸਤੇ ਨੈਣ ਨਕਸ਼ ਮਨੁੱਖ ਦੇ ਬਣਦੇ, ਹੱਥ ਪੈਰ ਨੇਤਰਾਂ ਦੀਆਂ ਪਲਕਾਂ ਬੁੱਲ ਬਣਦੇ ਨੇ। ਜਵਾੜਿਆਂ ਨੂੰ ਕੱਜਣ ਵਾਸਤੇ ਕੱਲਾ ਕੱਲਾ ਸਰੀਰ ਦਾ ਅੰਗ ਤੇ ਪ੍ਰਤੰਗ ਪਰਮਾਤਮਾ ਬੜੀ ਰੀਝ ਦੇ ਨਾਲ ਬਣਾਉਂਦਾ ਹੈ। ਇਹਨੂੰ ਬਣਾਉਣ ਵਾਸਤੇ ਪਿੰਡ ਸਰੀਰ ਨੂੰ 6 ਮਹੀਨੇ ਲੱਗ ਜਾਂਦੇ ਮਾਤਾ ਦੇ ਗਰਭ ਦੇ ਵਿੱਚ, ਗੰਢੇਂਦਿਆਂ 6 ਮਾਹ, ਤੁੜੰਦਿਆਂ ਹਿੱਕ ਖਿਨੋਂ, ਟੁੱਟਣ ਲੱਗਿਆਂ ਇੱਕ ਖਿਨ ਵੀ ਨਹੀਂ ਲੱਗਦਾ ਜਦੋਂ ਅੰਤਲਾ ਸਵਾਸ ਨਿਕਲ ਜਾਣਾ। ਜਿਸ ਕਰਤੇ ਪੁਰਖ ਪਰਮਾਤਮਾ ਜੀ ਨੇ ਤੇਰਾ ਪਿੰਡ ਜਿਹੜਾ ਸੀ, ਇਹ ਸਰੀਰ ਸਥੂਲ ਸਰੀਰ ਪਰਮਾਤਮਾ ਨੇ ਸਾਜਿਆ ਸਜਾਉਣਾ ਕੀਤਾ। ਨੇਤਰਾਂ ਦੇ ਉੱਤੇ ਜੇ ਪਲਕਾਂ ਨਾ ਕਿਤੇ ਪਰਮਾਤਮਾ ਲਾਉਂਦਾ ਤੇ ਮਿੱਟੀ ਘੱਟਾ ਨੇਤਰਾਂ ਵਿੱਚ ਪੈ ਜਾਂਦਾ, ਤੇ ਕੀ ਹਾਲ ਸਾਡਾ ਹੁੰਦਾ।
ਵਾਹਿਗੁਰੂ ਪਰਮਾਤਮਾ ਨੇ ਬਹੁਤ ਸੋਹਣਾ ਸਾਡਾ ਸਰੀਰ ਇਹ ਬਣਾਇਆ, ਇਹਨੂੰ ਸਾਜਿਆ ਸਜਾਉਣਾ ਕੀਤਾ ਹੈ। ਫਿਰ ਜਦੋਂ ਸਰੀਰ ਤਿਆਰ ਹੋ ਜਾਂਦਾ ਫਿਰ ਇਹਦੇ ਵਿੱਚ ਜੀਉ ਪਾਏ, ਜਿਹੜੀ ਜੀਵ ਕਲਾ ਹੈ ਉਸ ਨੂੰ ਪਾਏ ਰੱਖਦਾ ਹੈ ਪਰਮਾਤਮਾ। ਫਿਰ ਉਸ ਦੇ ਅੰਦਰ ਆਪਣੀ ਚੇਤਨ ਸੱਤਾ ਜਿਹੜੀ ਜੋਤ ਹੈ ਆਤਮਾ ਨੂੰ ਟਿਕਾ ਦਿੰਦਾ ਸਰੀਰ ਵਿੱਚ। ਦਿੱਤਾ ਪੈਨਣ ਖਾਣ, ਇੱਥੇ ਹੀ ਵਸ ਨਹੀਂ ਹੈ ਕਿ ਪਰਮਾਤਮਾ ਨੇ ਸਰੀਰ ਦੇ ਦੇਣਾ ਕੀਤਾ ਤੇ ਆਤਮਾ ਰੱਖ ਦਿੱਤੀ ਸਰੀਰ ਵਿੱਚ। ਇਹ ਸਰੀਰ ਨੂੰ ਚਲਾਉਣ ਵਾਸਤੇ ਦਿੱਤਾ ਪਹਿਨਣ ਖਾਣ। ਜਿਸ ਵੇਲੇ ਬਾਲਕ ਦਾ ਜਨਮ ਹੁੰਦਾ ਉਸੇ ਵੇਲੇ ਮਾਤਾ ਪਿਤਾ ਲਿਆ ਕਰਕੇ ਸਰੀਰ ਉਹਦਾ ਕੱਜ ਦੇ ਢੱਕਦੇ ਨੇ, ਵਸਤਰ ਲਿਆ ਕਰਕੇ ਤਨ ਤੇ ਪਾ ਦਿੰਦੇ ਨੇ। ਫਿਰ ਉਸ ਨੂੰ ਜਿਹੜਾ ਖਾਣ ਵਾਸਤੇ ਵਸਤੂਆਂ, ਮਾਤਾ ਦਾ ਦੁੱਧ ਚੁੰਘਣ ਵਾਸਤੇ ਬਾਲਕ ਨੂੰ ਦਿੱਤਾ ਜਾਂਦਾ। ਫਿਰ ਜਿਵੇਂ ਜਿਵੇਂ ਬਾਲਕ ਪੁਣੇ ਤੋਂ ਕਿਸ਼ੋਰ ਅਵਸਥਾ ਤੋਂ ਜਵਾਨੀ ਤਰਨ ਅਵਸਥਾ ਦੇ ਵਿੱਚ ਆਉਂਦਾ, ਫਿਰ ਆਪਣੇ ਇਹ ਰੰਗ ਬਰੰਗੇ ਜਿਹੜੇ ਵਸਤਰਾਂ ਨੂੰ ਸਰੀਰ ਦੇ ਉੱਤੇ ਪਹਿਨਦਾ ਹੈ। ਇਹ ਵਸਤਰ ਕਿਹਨੇ ਦਿੱਤੇ ਨੇ? ਪਰਮਾਤਮਾ ਦੀ ਦੇਣ ਹੈ। ਸਰੀਰ ਵੀ ਉਸੇ ਦਾ, ਜੀਵ ਕਲਾ ਵੀ ਉਸ ਦੀ ਸਰੀਰ ਦੇ ਅੰਦਰ ਹੈ। ਸਰੀਰ ਨੂੰ ਫਿਰ ਪਹਿਨਣ ਵਾਸਤੇ ਵਸਤਰ ਵੀ ਗਰਮੀਆਂ ਦੇ ਠੰਡੇ ਦਿੱਤੇ ਪਰਮਾਤਮਾ ਨੇ। ਸਰਦੀਆਂ ਵਿੱਚ ਨਿੱਘੇ ਵਸਤਰਾਂ ਦੀਆਂ ਦਾਤਾਂ ਦਿੱਤੀਆਂ ਹਨ। ਖਾਣ ਦੇ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਨੇ। ਇਹ ਮੇਰੇ ਪਰਮਾਤਮਾ ਦੇ ਪਰਉਪਕਾਰ ਹਨ ਵਾਹਿਗੁਰੂ ਦੇ। ਆਪਣੇ ਦਾਸ ਕੀ ਆਪ ਪੈਜ ਰਾਖੀ, ਜਿਹੜੇ ਤਨ ਮਨ ਧਨ ਕਰਕੇ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਜਾਂਦੇ, ਦਾਸਾ ਭਾਵ ਦੇ ਵਿੱਚ ਆ ਜਾਂਦੇ, ਫਿਰ ਉਹਨਾਂ ਆਪਣੇ ਦਾਸਾਂ ਦੀ ਪੈਜ ਜਿਹੜੀ ਪਤ ਇੱਜ਼ਤ ਹੈ ਪਰਮਾਤਮਾ ਵਾਹਿਗੁਰੂ ਆਪ ਉਹ ਰਾਖੀ ਰੱਖਣੀ ਕਰਦਾ ਹੈ। ਨਾਨਕ ਸਦ ਕੁਰਬਾਨ, ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਹਨ, ਨਾਨਕ ਸਦ ਕੁਰਬਾਨ। ਅਸੀਂ ਹਮੇਸ਼ਾ ਲਈ ਐਸੇ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਣਾ ਕਰਦੇ ਹਾਂ। ਬਲਿਹਾਰ ਜਾਣਾ ਉੱਥੇ ਹੁੰਦਾ ਜਿੱਥੇ ਰੂਹਾਨੀ ਤੇ ਜਿਸਮਾਨੀ ਮਨੁੱਖ ਦਾ ਬਲ ਹਾਰ ਜਾਵੇ। ਫੇਰ ਕਿਹਾ ਜਾਂਦਾ ਵੀ ਅਸੀਂ ਬਲਿਹਾਰੇ ਜਾਈਏ ਸਤਿਗੁਰਾਂ ਤੋਂ, ਅਕਾਲ ਪੁਰਖ ਪਰਮਾਤਮਾ ਤੋਂ ਸਦਾ ਬਲਿਹਾਰ ਜਾਈਏ, ਕੁਰਬਾਨ ਜਾਣਾ ਕਰਦੇ ਹਾਂ। ਇਹ ਹੁਕਮਨਾਮਾ ਰੂਪ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਹਨ। ਨਾਲ ਹੀ ਸਾਧ ਸੰਗਤ ਜੀ ਅੱਜ ਜੋ ਜੇਠ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ ਤੇ ਉਹ ਜੇਠ ਦੇ ਮਹੀਨੇ ਦੀ ਵਿਚਾਰ 12 ਮਾਹਾਂ ਦੇ ਅੰਦਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਰ ਜੇਠ ਜੁੜੰਦਾ ਲੋੜੀਐ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਹੀਨਿਆਂ ਦੀ ਵਿਚਾਰ ਫਲਾ ਦੇਸ਼ ਸਾਨੂੰ ਬਖਸ਼ਿਆ ਹੈ। ਜਿੱਥੇ ਇੱਕ ਸਾਲ ਦੇ ਵਿੱਚ 12 ਮਹੀਨੇ ਬਣਦੇ ਨੇ, ਉੱਥੇ 2-2 ਮਹੀਨਿਆਂ ਦੀਆਂ ਰੁੱਤਾਂ ਵੀ ਆਉਂਦੀਆਂ ਨੇ। 6 ਰੁੱਤਾਂ ਨੇ, 12 ਮਹੀਨੇ ਸਾਲ ਦੇ ਵਿੱਚ ਬਣ ਜਾਂਦੇ। ਜਿੱਥੇ ਅੱਜ ਜੇਠ ਦੇ ਮਹੀਨੇ ਦੀ ਆਰੰਭਤਾ ਹੈ, ਇੱਥੇ ਨਾਲ ਹੀ ਅੱਜ ਸਾਧ ਸੰਗਤ ਜੀ ਗਰੀਖਮ ਰੁੱਤ ਦੀ ਵੀ ਆਰੰਭਤਾ ਹੋ ਰਹੀ ਹੈ। ਜੇਠ ਤੇ ਹਾੜ ਦਾ 2 ਜਿਹੜੇ ਮਹੀਨੇ ਨੇ, ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੈ ਘਾਮ ਜੀਓ। ਤੇ ਇਹ 2 ਮਹੀਨੇ ਜਿਹੜੀ ਸਾਧ ਸੰਗਤ ਜੀ ਗਰੀਖਮ ਰੁੱਤ ਚੱਲਦੀ, ਅੱਤ ਦੀ ਗਰਮੀ ਪੈਂਦੀ ਇਸ ਮਹੀਨਿਆਂ ਵਿੱਚ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਕੀ ਉਪਦੇਸ਼ ਬਖਸ਼ਿਆ? ਇਸ ਮਹੀਨੇ ਵਿੱਚ ਅਸੀਂ ਕਰਨਾ ਕੀ ਹੈ? ਹਰ ਜੇਠ ਜੁੜਨ ਦਾ ਲੋੜੀਐ। ਪਹਿਲਾ ਅਰਥ ਹੈ ਇਸ ਪੰਕਤੀ ਦਾ, ਜੇਠ ਦਾ ਅਰਥ ਜਿਹੜਾ ਇਹ ਮਹੀਨਾ ਜੇਠ ਦਾ ਆਰੰਭ ਹੋ ਰਿਹਾ, ਇਸ ਵਿੱਚ ਹਰੀ ਪਰਮਾਤਮਾ ਦੇ ਨਾਲ ਜੁੜਨ ਦਾ ਜੁੜਨਾ ਲੋੜੀਐ, ਚਾਹੀਦਾ ਹਰ ਕਿਸੇ ਨੂੰ। ਪਰਮਾਤਮਾ ਦੇ ਨਾਲ ਜੁੜੋ, ਜਿਸ ਵਾਹਿਗੁਰੂ ਪਰਮਾਤਮਾ ਨੇ ਸਾਰੀਆਂ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਦੂਜਾ ਅਰਥ ਹੈ ਹਰ ਜੇਠ ਜੁੜਨ ਦਾ ਲੋੜੀਐ। ਜੇਠ ਦਾ ਅਰਥ ਹੁੰਦਾ ਵੱਡਾ,
ਜਿਵੇਂ ਕਿਸੇ ਇਸਤਰੀ ਦੇ ਪਤੀ ਤੋਂ ਜਿਹੜਾ ਵੱਡਾ ਭਰਾ ਉਹਨੂੰ ਜੇਠ ਕਿਹਾ ਜਾਂਦਾ ਹੈ। ਕੋਈ ਬਾਲਕ ਘਰ ਦੇ ਵਿੱਚ ਪਹਿਲਾਂ ਜਨਮ ਲੈਂਦਾ, ਕਹਿੰਦੇ ਜੀ ਇਹ ਜੇਠਾ ਬੱਚਾ ਹੈ, ਇਸ ਲਈ ਇਹ ਵੱਡਾ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੇਠ ਸਾਰਿਆਂ ਤੋਂ ਵੱਡਾ ਹੈ। ਨਾ ਉਹਦੇ ਤੱਕ ਮਨੁੱਖਾਂ ਦੀ ਪਹੁੰਚ ਹੈ, ਨਾ ਦੁਨੀਆ ਦੇ ਰਾਜੇ ਉਹਦੀ ਬਰਾਬਰੀ ਕਰ ਸਕਦੇ, ਨਾ ਦੇਵਤੇ ਪਹੁੰਚ ਸਕਦੇ ਨੇ, ਨਾ ਦੇਵੀਆਂ ਪਹੁੰਚ ਸਕਦੀਆਂ, ਨਾ ਔਲੀਏ, ਨਾ ਪੀਰ, ਨਾ ਪੈਗੰਬਰ। ਕੋਈ ਪਰਮਾਤਮਾ ਦੀ ਹਸਤੀ ਦੇ ਬਰਾਬਰ ਨਹੀਂ ਹੋ ਸਕਦਾ। ਇਸ ਲਈ ਜੇਠ ਸਾਰਿਆਂ ਤੋਂ ਵੱਡਾ ਜਿਹੜਾ ਹਰ ਹਰੀ ਪਰਮਾਤਮਾ, ਉਹ ਸ਼੍ਰੋਮਣੀ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ ਹੈ। ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਕੁਝ ਸਾਧਨ ਮੰਨੇ ਨੇ। ਵੈਰਾਗ, ਵਿਵੇਕ, ਖਟ ਸੰਮਤੀ, ਮੋਖ ਇੱਛਾ, ਸ਼ਰਵਣ, ਮੰਨਣ, ਨਿਧਿਆਸਨ, ਇਹ ਸਾਰੇ ਜਿਹੜੇ ਸਾਧਨ ਨੇ, ਇਹਨਾਂ ਸਾਰੇ ਸਾਧਨਾਂ ਵਿੱਚੋਂ ਜੇਠ ਦਾ ਅਰਥ ਜਿਹੜਾ ਵੱਡਾ ਸਾਧਨ ਵੈਰਾਗ ਹੈ। ਪਹਿਲੇ ਨੰਬਰ ਤੇ ਵੈਰਾਗ ਹੈ। ਇਤਿਹਾਸ ਪੜ੍ਹ ਕਰਕੇ ਵੇਖੀਏ, ਭਗਤ ਧਰੋਂ ਸਾਹਿਬ ਨੂੰ 5 ਸਾਲ ਦੀ ਅਵਸਥਾ ਵਿੱਚ ਹਰੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਵਾਹਿਗੁਰੂ ਦਾ ਮਿਲਾਪ ਹੋ ਗਿਆ। ਉਹਦਾ ਕਾਰਨ ਕੀ ਬਣਿਆ ਸੀ? ਮਤਰੇਈ ਮਾਂ ਨੇ ਚਪੇੜਾ ਮਾਰ ਕੇ ਪਿਤਾ ਦੀ ਗੋਦ ਚੋਂ ਉਠਾ ਦਿੱਤਾ ਤੇ ਵੈਰਾਗ ਲੱਗ ਗਿਆ ਸੀ। ਉਸ ਵੈਰਾਗ ਦੇ ਸਦਕਾ ਇੰਨੀ ਛੋਟੀ ਜੀ ਉਮਰਾ ਅਵਸਥਾ ਵਿੱਚ ਹੀ ਪਰਮਾਤਮਾ ਨੂੰ ਪਾ ਲਿਆ। ਰਾਜਾ ਭਰਥਰੀ ਜੋਗੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ। 1400 ਰਾਣੀ ਦਾ ਤਿਆਗ ਕਰਨਾ, ਰਾਜ ਭਾਗ ਤਿਆਗ ਦੇਣਾ। ਪਿੰਗਲਾ ਰਾਣੀ ਦੇ ਇਸ ਪ੍ਰਕਾਰ ਉਹਦੇ ਸੁਭਾਅ ਨੂੰ ਵੇਖ ਕਰਕੇ ਮਨ ਵਿੱਚ ਵੈਰਾਗ ਲੱਗਿਆ। ਫਿਰ ਗੁਰੂ ਨਾਨਕ ਸਾਹਿਬ ਜੀ ਨਾਲ ਐਵੇਂ ਨਹੀਂ ਮਿਲਾਪ ਹੋ ਗਿਆ, ਪੂਰਨ ਵੈਰਾਗ ਸੀ ਉਹਦੇ ਹਿਰਦੇ ਅੰਦਰ। ਫਿਰ ਸਤਿਗੁਰਾਂ ਨੇ ਉਹਨੂੰ ਪਰਮਾਤਮਾ ਵਾਹਿਗੁਰੂ ਦਾ ਗਿਆਨ ਦੇ ਕੇ ਸੁਰਤ ਟਿਕਾ ਦਿੱਤੀ ਸੀ ਨਾਮ ਦੇ ਵਿੱਚ। ਇਸ ਲਈ ਕੋਈ ਵੀ ਹੈ, ਕਿਸੇ ਮਹਾਂਪੁਰਖ ਦਾ ਜੀਵਨ ਪੜ੍ਹ ਲਓ ਤੇ ਵੈਰਾਗ ਜਦੋਂ ਲੱਗ ਜਾਂਦਾ, ਫਿਰ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਜਿਹੜਾ ਸੁਖੈਨ ਬਣ ਜਾਂਦਾ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਜੇਠ ਜੁੜੰਦਾ ਲੋੜੀਐ। ਹਰੀ ਪਰਮਾਤਮਾ ਵਾਹਿਗੁਰੂ ਨੂੰ ਜੇਠ ਕਹੀਏ, ਵੈਰਾਗ ਦੇ ਸੰਯੁਕਤ ਹੋ ਕਰਕੇ ਵੱਡਾ ਜਿਹੜਾ ਮਹਾਨ ਸਾਧਨ ਹੈ, ਇਹਦੇ ਸੰਯੁਕਤ ਹੋ ਕਰਕੇ ਜੁੜਨਾ ਲੋੜੀਆ ਚਾਹੀਦਾ ਹੈ। ਫਿਰ ਹਰੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਜਿਸ ਅੱਗੇ ਸਭ ਨਿਵੰਨ, ਜਿਸ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ, ਵਾਹਿਗੁਰੂ ਦੇ ਸਾਹਮਣੇ ਸਭ ਸਾਰੇ ਹੀ ਨਿਵੰਨ ਨਿਵਦੇ ਨੇ। ਕੀ ਦੇਵਤੇ, ਕੀ ਅਧਿਆਕਸ਼ ਦੇਵਤੇ, ਕੀ ਮਨੁੱਖ, ਕੀ ਦੁਨੀਆ ਦੇ ਰਾਜੇ, ਸਾਰੇ ਪਰਮਾਤਮਾ ਅੱਗੇ ਡੰਡੌਤ ਬੰਦਨਾ ਕਰਦੇ ਨੇ। ਕੋਈ ਆਪਣੇ ਬਲ ਕਰਕੇ ਜਾਂ ਹੰਕਾਰ ਵਿੱਚ ਕਹਿ ਦੇਵੇ ਮੈਂ ਨਹੀਂ ਪਰਮਾਤਮਾ ਨੂੰ ਮੰਨਦਾ, ਤੇ ਉਹ ਵੀ ਲੋਕ ਕਰਕੇ ਫਿਰ ਪਰਮਾਤਮਾ ਦੇ ਅੱਗੇ ਨੱਕ ਰਗੜਦੇ ਨੇ। ਹਰਨਾਕਸ਼ ਵਰਗੇ ਜਿਹੜੇ ਕਹਿੰਦੇ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਤੇ ਉਹਾਂ ਹਰਨਾਕਸ਼, ਉਹ ਆਪਣਾ ਹੀ ਨਾਮ ਜਪਾਉਣ ਲੱਗ ਗਏ ਸਨ, ਪਰਮਾਤਮਾ ਦੀ ਬਰਾਬਰੀ ਕਰਦੇ ਸਨ ਤੇ ਨਰ ਸਿੰਘ ਦਾ ਰੂਪ ਧਾਰਨ ਕਰਕੇ ਫਿਰ ਨੌਂਦਰਾਂ ਨਾਲ ਅੰਤ ਕਰ ਦਿੱਤਾ। ਸਭ ਨਿਵੰਨ ਨਿਵਦੇ ਨੇ, ਰਿੱਧੀਆਂ ਵਾਲੇ, ਸਿੱਧੀਆਂ ਵਾਲੇ, ਤਾਕਤਾਂ ਵਾਲੇ, ਸਾਰੇ ਜਿਸ ਵਾਹਿਗੁਰੂ ਦੇ ਅੱਗੇ ਝੁਕਦੇ ਨੇ, ਉਸ ਪਰਮਾਤਮਾ ਨਾਲ ਹੀ ਜੁੜਨਾ ਲੋੜੀਏ ਚਾਹੀਦਾ ਹੈ। ਹਰ ਸੱਜਣ ਦਾਵਣ ਲੱਗਿਆ, ਜਿਹੜਾ ਹਰੀ ਪਰਮਾਤਮਾ ਮਾਤ ਲੋਕ ਤੇ ਪਰਲੋਕ ਦੋਹਾਂ ਲੋਕਾਂ ਦਾ ਸੱਜਣ ਹੈ। ਸੱਜਣ ਉਹ ਹੁੰਦਾ ਜਿਹੜਾ ਕਦੇ ਸਾਥ ਨਾ ਛੱਡੇ। ਪਰਮਾਤਮਾ ਇੱਥੇ ਵੀ ਬਾਂਹ ਫੜਦਾ ਮਾਤ ਲੋਕ ਵਿੱਚ, ਤੇ ਪਰਲੋਕ ਦੇ ਵਿੱਚ ਵੀ ਆਪਣੇ ਪਿਆਰਿਆਂ ਦੀ ਬਾਂਹ ਪਕੜਦਾ ਹੈ। ਐਸੇ ਹਰੀ ਸੱਜਣ ਪਰਮਾਤਮਾ ਦੇ ਦਾਵਣ ਦਾ ਅਰਥ ਹੈ ਪੱਲਾ, ਜਿਹੜਾ ਸ਼ਰਨ ਰੂਪੀ ਪੱਲਾ ਹੈ, ਨਾਮ ਬਾਣੀ ਦਾ ਪੱਲਾ ਹੈ, ਸਾਧ ਸੰਗਤ ਦਾ ਪੱਲਾ ਹੈ। ਐਸੇ ਪੱਲੇ ਦੇ ਨਾਲ ਜਿਹੜੇ ਲੱਗ ਜਾਂਦੇ, ਜੁੜ ਜਾਂਦੇ ਹਨ, ਕਿਸੈ ਨਾ ਦੇਈ ਬੰਨ, ਫਿਰ ਉਹਨਾਂ ਪਿਆਰਿਆਂ ਨੂੰ ਪਰਮਾਤਮਾ ਕਿਸੇ ਦੇ ਅੱਗੇ ਬੰਨ ਕਰਕੇ ਨਹੀਂ ਦਿੰਦਾ। ਜਿਵੇਂ ਇੱਕ ਕੋਈ ਮਹਾਨ ਦੁਨੀਆ ਦੇ ਵਿੱਚ ਉੱਚ ਅਹੁਦੇ ਤੇ ਬੈਠਾ ਬੰਦਾ ਮਨੁੱਖ ਨੂੰ ਬੰਨ ਕਰਕੇ ਦੂਜੇ ਦੇ ਹਵਾਲੇ ਕਰ ਦੇਵੇ,
ਦੁਨੀਆ ਦਾ ਰਾਜਾ ਬਣ ਕਰਕੇ ਵਜ਼ੀਰਾਂ ਜਾਂ ਮੰਤਰੀਆਂ ਸਿਪਾਹੀਆਂ ਦੇ ਹਵਾਲੇ ਮਨੁੱਖ ਨੂੰ ਕਰ ਦੇਵੇ, ਇਸ ਤਰ੍ਹਾਂ ਪਰਮਾਤਮਾ ਨਹੀਂ ਕਰਦਾ ਹੈ। ਕਿਸੈ ਨਾ ਦੇਈ ਬੰਨ, ਕਿਸੈ ਦਾ ਅਰਥ ਹੈ ਕੋਈ ਵੀ, ਚਾਹੇ ਜਮਦੂਤ ਹੋਵੇ ਚਾਹੇ ਧਰਮ ਰਾਜਾ ਹੋਵੇ, ਉਹਨਾਂ ਅੱਗੇ ਆਪਣੇ ਪਿਆਰੇ ਨੂੰ ਬੰਨ ਕਰਕੇ ਨਹੀਂ ਦਿੰਦਾ ਹੈ। ਜਿਹੜੇ ਪਰਮਾਤਮਾ ਦੇ ਪੱਲੇ ਨਾਲ ਜੁੜ ਜਾਂਦੇ ਹਨ, ਲੱਗ ਜਾਂਦੇ ਨੇ। ਮਾਨਕ ਮੋਤੀ ਨਾਮ ਪ੍ਰਭ, ਜਿਹੜਾ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਨਾਮ ਹੈ, ਇਹ ਮਾਣਕਾਂ ਦੇ ਵਿੱਚੋਂ ਸ਼੍ਰੋਮਣੀ ਮਾਣਕ ਹੈ। ਮੋਤੀਆਂ ਦੇ ਵਿੱਚੋਂ ਸ਼੍ਰੋਮਣੀ, ਜਿਹੜਾ ਸੁੱਚੇ ਮੋਤੀ ਦੀ ਨਿਆਈ ਅਮੋਲਕ ਹੈ। ਜਿਸ ਦੇ ਕੋਲ ਪਰਮਾਤਮਾ ਦਾ ਨਾਮ ਹੈ, ਉਹਦੇ ਕੋਲ ਸਾਰੀ ਮਾਣਕ ਆ ਜਾਂਦੇ ਨੇ। ਨਾਮ ਦੇ ਸਦਕਾ ਮੋਤੀ ਵੀ ਉਹਦੇ ਪੈਰਾਂ ਵਿੱਚ ਰੁਲ ਜਾਂਦੇ ਨੇ। ਮਾਣਕ ਮੋਤੀ ਨਾਮ ਪ੍ਰਭ, ਇਸ ਪ੍ਰਕਾਰ ਮੋਤੀ ਜਿਹੜਾ ਵੈਰਾਗ ਹੈ, ਮਾਣਕ ਹੈ ਸ਼ਰਵਣ ਮੰਨਣ ਤੇ ਨਿਧਿਆਸਣ। ਇਹ ਸਾਰੀਆਂ ਜਿਹੜੀਆਂ ਵਸਤੂਆਂ, ਇਹ ਸਾਧਨਾ ਨੂੰ ਦੇਣ ਵਾਲਾ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਨਾਮ ਸ਼੍ਰੋਮਣੀ ਹੈ। ਗੁਣ ਲੱਗੈ ਨਾਹੀ ਸੰਨ, ਜਿਨ੍ਹਾਂ ਦੇ ਕੋਲ ਦੁਨੀਆ ਵਿੱਚ ਧਨ ਪਦਾਰਥ ਹੋਵੇ, ਉਹਨਾਂ ਦੇ ਘਰਾਂ ਵਿੱਚ ਸੰਨ ਜਿਹੜੇ ਚੋਰ ਆ ਕਰਕੇ ਪਾੜ ਲਾ ਲੈਂਦੇ ਨੇ। ਹੀਰੇ ਮੋਤੀ ਪਏ ਹੋਣ, ਮਾਣਕ ਪਏ ਹੋਣ ਜੌਹਰੀਆਂ ਦੇ ਘਰਾਂ ਵਿੱਚ, ਤੇ ਉੱਥੇ ਵੀ ਚੋਰ ਜਿਹੜੇ ਆ ਕਰਕੇ ਸੰਨ ਪਾੜ ਲਾ ਕਰਕੇ ਵਸਤੂਆਂ ਚੁੱਕ ਲੈਂਦੇ ਨੇ। ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਮੋਤੀ, ਨਾਮ ਰੂਪੀ ਜਿਹੜਾ ਮਾਣਕ ਹੈ, ਜਿਨ੍ਹਾਂ ਗੁਰਮੁਖਾਂ ਦੇ ਹਿਰਦਿਆਂ ਵਿੱਚ ਆ ਕਰਕੇ ਵਸ ਜਾਂਦਾ, ਉੱਥੇ ਫਿਰ ਜਿਹੜਾ ਸਾਧ ਸੰਗਤ ਜੀ ਐਸਾ ਨਾਸਤਕ ਪੁਣੇ ਦਾ ਚੋਰ ਹੈ, ਤੇ ਇਹ ਬਾਸ਼ਨਾ ਰੂਪੀ ਸੰਨ ਨਹੀਂ ਲਾ ਸਕਦਾ ਹੈ। ਨਸ਼ਰਦਕ ਪੁਣੇ ਦਾ ਚੋਰ ਆ ਕੇ ਬਾਸ਼ਨਾ ਦਾ ਪਾੜ ਨਹੀਂ ਲਾਉਂਦਾ। ਪਰਮਾਤਮਾ ਦਾ ਜਿਹੜਾ ਨਾਮ ਹਿਰਦੇ ਵਿੱਚ ਆ ਕੇ ਸਮਾ ਜਾਂਦਾ, ਨਾ ਹੋਏ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੇ। ਇਸ ਨਾਮ ਰੂਪੀ ਮਾਣਕ ਨੂੰ, ਨਾਮ ਰੂਪੀ ਮੋਤੀ ਨੂੰ ਕੋਈ ਦੁਨਿਆਵੀ ਚੋਰ ਜਾਂ ਕੋਈ ਰਿੱਧੀਆਂ ਸਿੱਧੀਆਂ ਤਾਕਤਾਂ ਵਾਲੇ ਸ਼ਕਤੀਆਂ ਨਾਲ ਚੁਰਾ ਨਹੀਂ ਸਕਦੇ। ਰੰਗ ਸਭੇ ਨਾਰਾਇਣ, ਜਿਤਨੇ ਵੀ ਰੰਗ ਨੇ ਦੁਨੀਆ ਦੇ ਅੰਦਰ, ਰੰਗ ਦਾ ਅਰਥ ਹੈ ਆਨੰਦ। ਇਹ ਸਾਰੇ ਜਿੰਨੇ ਆਨੰਦ ਨੇ, ਇਹ ਸਭੇ ਸਾਰੇ ਹੀ ਨਾਰਾਇਣ ਹੈ, ਪਰਮੇਸ਼ਰ ਵਾਹਿਗੁਰੂ ਦੇ ਬਣਾਏ ਹੋਏ ਨੇ। ਤਿੰਨ ਤਰ੍ਹਾਂ ਦੇ ਜਿਹੜੇ ਸਾਧ ਸੰਗਤ ਜੀ, ਤਮੋ ਗੁਣੀ, ਜਿਹੜਾ ਇਸ ਦਾ ਤਮੋ ਗੁਣੀ ਬਿਰਤੀ ਦਾ ਕਾਲਾ ਰੰਗ ਮੰਨਿਆ ਹੈ। ਤਮੋ ਗੁਣੀ ਜਦੋਂ ਬਿਰਤੀ ਬਣ ਜਾਂਦੀ ਜੀਵ ਦੀ, ਇਹਦੇ ਵਿੱਚ ਭੁੱਖ ਬਹੁਤੀ ਲੱਗਦੀ ਹੈ, ਪਿਆਸ ਬਹੁਤੀ ਲੱਗਦੀ, ਨੀਂਦ ਬਹੁਤੀ ਆਉਂਦੀ, ਕ੍ਰੋਧ ਆਉਂਦਾ ਮਨੁੱਖ ਨੂੰ। ਇਹ ਨਿਸ਼ਾਨੀ ਤਮੋ ਗੁਣੀ ਦੀ ਹੈ। ਤਮੋ ਗੁਣੀ ਬਿਰਤੀ ਵਾਲੇ ਦਾ ਰੰਗ ਕਾਲਾ ਮੰਨਿਆ ਹੈ। ਜਿਹੜਾ ਰਜੋ ਗੁਣ ਹੈ, ਇਸ ਦਾ ਰੰਗ ਲਾਲ ਮੰਨਿਆ। ਇਹਦੇ ਵਿੱਚ ਲਾਲੀ ਦੀ ਭਾ ਮਾਰਦੀ, ਚਿਹਰੇ ਤੇ ਥੋੜੀ ਬਹੁਤੀ ਲਾਲੀ ਆਉਣੀ ਸ਼ੁਰੂ ਹੋ ਜਾਂਦੀ, ਤੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਕੋਈ ਯਤਨ ਕਰਨੇ ਸ਼ੁਰੂ ਹੋ ਜਾਂਦੇ ਨੇ। ਇਹ ਲਾਲ ਰੰਗ ਹੈ ਰਜੋ ਗੁਣ ਦਾ। ਤੇ ਜਿਹੜਾ ਸਤੋ ਗੁਣ ਹੈ, ਇਹ ਸਾਧ ਸੰਗਤ ਜੀ ਚਿੱਟਾ ਰੰਗ ਹੈ। ਇਸ ਦੇ ਵਿੱਚ ਜਿਹੜੀ ਸਤੋਮਈ ਬਿਰਤੀ ਬਣ ਜਾਣੀ, ਸੰਤੋਖ ਆ ਜਾਣਾ, ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਦੇ ਤਤਪਰ ਹੋ ਜਾਣਾ। ਇਹ ਤਿੰਨ ਜਿਹੜੇ ਐਸੇ ਰੰਗ ਨੇ, ਰੰਗ ਸਭੇ ਨਾਰਾਇਣ ਹੈ। ਇਹ ਸਭੇ ਸਾਰੇ ਪਰਮਾਤਮਾ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਨੇ। ਕੋਈ ਰਜੋ ਗੁਣੀ ਬਣਾਇਆ ਪਿਆ ਰਾਜਸੀ ਬੰਦਾ ਹੈ, ਕੋਈ ਤਮੋ ਗੁਣੀ ਕ੍ਰੋਧੀ ਬਿਰਤੀ ਵਾਲਾ ਬਣਿਆ ਪਿਆ, ਤੇ ਕੋਈ ਸਾਧ ਸੰਗਤ ਜੀ ਸਤੋ ਗੁਣੀ ਬਿਰਤੀ ਪ੍ਰਧਾਨ ਹੈ। ਇਹ ਐਸੇ ਜਿਹੜੇ ਸਾਰੇ ਰੰਗ ਨੇ, ਇਹ ਨਾਰਾਇਣ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹਨ। ਜੀਤੇ ਮਨ ਭਾਵਨ, ਜੀਤੇ ਜਿੰਨੇ ਵੀ ਮਨ ਦੇ ਵਿੱਚ ਭਾਵਨ ਕਹੀਏ ਭਾਉਂਦੇ ਹਨ, ਚੰਗੇ ਲੱਗਦੇ ਨੇ। ਜਾਂ ਦੂਜਾ ਅਰਥ ਹੈ ਪੰਕਤੀ ਦਾ, ਜੇਤੇ ਮਨ ਭਾਵਨ, ਜੇਤੇ ਜਿੰਨੇ ਵੀ ਗੁਰਮੁਖ ਪਿਆਰੇ ਪਰਮਾਤਮਾ ਦੇ ਮਨ ਵਿੱਚ ਭਾਵਨ ਭਾ ਜਾਂਦੇ, ਚੰਗੇ ਲੱਗਦੇ ਨੇ। ਜਿਹੜੇ ਆਪਣੇ ਪਿਆਰੇ ਭਗਤ ਵਾਹਿਗੁਰੂ ਨੂੰ ਪਿਆਰੇ ਲੱਗਦੇ ਨੇ, ਰੰਗ ਸਭੇ ਨਾਰਾਇਣ ਹੈ। ਉਹਨਾਂ ਨੂੰ ਨਾਰਾਇਣ ਪਰਮਾਤਮਾ ਵਾਹਿਗੁਰੂ ਸਾਰੇ ਹੀ ਰੰਗ ਜਿਹੜੇ ਆਨੰਦ ਦੇ ਦਿੰਦਾ, ਭਗਤੀ ਦਾ ਆਨੰਦ ਬਣਾ ਦਿੰਦਾ, ਸੇਵਾ ਤੇ ਸਿਮਰਨ ਦਾ ਆਨੰਦ ਵੀ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ। ਜਿਹੜੇ ਪਿਆਰੇ ਲੱਗਦੇ ਭਾਉਂਦੇ ਹਨ, ਉਹਨਾਂ ਨੂੰ ਸਾਰੇ ਰੰਗ ਆਨੰਦਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਹਰ ਲੋੜੇ ਸੋ ਕਰੇ, ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਸਾਡਾ ਮਾਲਕ
ਲੋੜੇ ਦਾ ਅਰਥ ਚਾਹੁੰਦਾ ਹੈ। ਜੋ ਇੱਛਾ ਹੁੰਦੀ ਪਰਮਾਤਮਾ ਦੀ ਸੋ ਕਰੇ, ਉਹ ਕਰ ਦਿੰਦਾ ਹੈ। ਉਹ ਪੁੱਛਦਾ ਨਹੀਂ ਕਿਸੇ ਦੇ ਕੋਲੋਂ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੇ। ਤੇ ਕਿਸੇ ਦੂਜੇ ਕੋਲੋਂ, ਤੀਜੇ ਦੀ ਸਲਾਹ ਨਹੀਂ ਲੈਂਦਾ, ਕਿਸੇ ਦੀ ਰਾਏ ਮਸ਼ਵਰਾ ਨਹੀਂ ਕਰਦਾ ਕਿਸੇ ਨਾਲ ਵੀ ਆਹ ਕੰਮ ਮੈਂ ਕਰਨਾ ਹੈ। ਜਿਹੜਾ ਵੀ ਲੋੜੇ ਚਾਹੁੰਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਕਰੇ, ਉਹ ਕਰ ਦਿੰਦਾ ਪਰਮਾਤਮਾ। ਸੋਈ ਜੀ ਕਰਨ। ਤੇ ਫਿਰ ਜਿਹੜੇ ਇਹ ਜੀਵ ਹਨ ਪਰਮਾਤਮਾ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ, ਤੇ ਸੋਈ ਕਰਨ, ਉਹੀ ਫਿਰ ਅੱਗੇ ਜੀਵ ਕਰੀ ਜਾਂਦੇ ਨੇ। ਜੀਵਾਂ ਦੀ ਆਪਣੀ ਵਾਸ਼ਨਾ ਹੁੰਦੀ। ਇੱਥੇ ਕੋਈ ਇਹ ਨਾ ਕਹਿ ਦੇਵੇ ਵੀ ਜੋ ਪਰਮਾਤਮਾ ਚਾਹੁੰਦਾ ਕਰਦਾ ਹੈ, ਜੋ ਪਰਮਾਤਮਾ ਕਰਵਾਈ ਜਾਂਦਾ ਤੇ ਉਹੀ ਕੰਮ ਜੀਵ ਕਰੀ ਜਾਂਦੇ ਨੇ। ਫਿਰ ਤਾਂ ਚੰਗੇ ਕੰਮ ਕਰਦਾ ਬੰਦਾ ਕਹਿੰਦਾ ਮੈਂ ਕੀਤਾ ਹੈ, ਬੁਰਾ ਕੰਮ ਹੋ ਗਿਆ ਇਹ ਤਾਂ ਜੀ ਪਰਮਾਤਮਾ ਨੇ ਕਰਵਾ ਦਿੱਤਾ, ਉਹਦੇ ਭਾਣੇ ਵਿੱਚ ਹੀ ਹੋਇਆ ਹੈ। ਹੰਗ ਤਾਂ ਹੈ ਜੀਵ ਦੇ ਅੰਦਰ, ਚੰਗਾ ਕੰਮ ਮੈਂ ਕੀਤਾ, ਮਾੜਾ ਪਰਮਾਤਮਾ ਨੇ ਕਰਵਾ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸੋਈ ਜੀ ਕਰਨ। ਇਹ ਜਿਹੜੇ ਜੀਵ ਨੇ ਸੋਈ ਉਹੀ ਕੰਮ ਕਰਨ ਕਰਦੇ ਨੇ। ਤੇ ਜਿਹੋ ਜੀ ਮਨੁੱਖ ਦੀ ਵਾਸ਼ਨਾ ਹੁੰਦੀ ਹੈ, ਚੰਗੀ ਵਾਸ਼ਨਾ ਜਿਹੜੀ ਚੰਗੇ ਕਰਮ ਕਰਵਾ ਦੇਵੇਗੀ, ਮੰਦੀ ਵਾਸ਼ਨਾ ਮਾੜੇ ਕਰਮ ਕਰਵਾ ਦੇਵੇਗੀ। ਚੰਗੀ ਵਾਸ਼ਨਾ ਕਰਕੇ ਚੰਗਾ ਸਰੀਰ ਮਿਲਦਾ, ਚੰਗੇ ਘਰਾਣੇ ਵਿੱਚ ਗੁਰਸਿੱਖਾਂ ਦੇ ਘਰਾਂ ਵਿੱਚ ਜਨਮ ਹੋ ਜਾਂਦੇ। ਮੰਦੀ ਮਾੜੀ ਵਾਸ਼ਨਾ ਹੋਰ ਪਾਸੇ ਨੂੰ ਲੈ ਤੁਰਦੀ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਹਰ ਲੋੜੇ ਸੋ ਕਰੇ। ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਲੋੜੇ ਚਾਹੁੰਦਾ ਹੈ ਤੇ ਸੋ ਕਰੇ, ਉਹਨੂੰ ਫਿਰ ਪਰਮਾਤਮਾ ਆਪਣਾ ਸਰੂਪ ਹੀ ਕਰ ਲੈਂਦਾ, ਆਪਣੇ ਵਿੱਚ ਭੇਦ ਕਰ ਲੈਂਦਾ। ਜਾਂ ਜਿਹੜੇ ਪਰਮਾਤਮਾ ਵਾਹਿਗੁਰੂ ਨੂੰ ਲੋੜੇ ਚਾਹੁੰਦੇ ਨੇ ਵੀ ਵਾਹਿਗੁਰੂ ਦੀ ਸਾਨੂੰ ਪ੍ਰਾਪਤੀ ਹੋ ਜਾਣਾ ਕਰੇ ਤੇ ਸੋ ਕਰੇ, ਉਹਨਾਂ ਨੂੰ ਪਰਮਾਤਮਾ ਤਤ ਵੇਤੇ ਕਰ ਦਿੰਦਾ। ਤਤ ਵੇਤੇ ਦਾ ਅਰਥ ਹੁੰਦਾ ਹੈ ਕਿ ਜਿਹੜੀ ਤਤ ਮਿਥਿਆ ਦਾ ਵਿਵੇਚਨਵਾਦੀ, ਤਤ ਜਿਹੜੀ ਯਥਾਰਥ ਵਸਤੂ ਉਹਨੂੰ ਗ੍ਰਹਿਣ ਕਰ ਲੈਣਾ, ਮਿਥਿਆ ਝੂਠੀ ਨੂੰ ਛੱਡ ਦੇਣਾ। ਸੰਸਾਰ ਝੂਠਾ ਮਿਥਿਆ ਰੂਪ ਹੈ, ਮਾਇਆ ਮਿਥਿਆ ਹੈ, ਪਰਮਾਤਮਾ ਦਾ ਨਾਮ ਸੱਚਾ ਹੈ। ਨਾਮ ਨੂੰ ਗ੍ਰਹਿਣ ਕਰਨਾ, ਮਾਇਆ ਸੰਸਾਰ ਦੀ ਵਿਰਤੀ ਨੂੰ, ਜਿਹੜੀ ਪ੍ਰੀਤੀ ਨੂੰ ਤਿਆਗ ਦੇਣਾ, ਤੇ ਉਹਨੂੰ ਤਤ ਮਿਥਿਆ ਦਾ ਵਿਵੇਚਨਵਾਦੀ ਕਿਹਾ ਜਾਂਦਾ, ਤਤਵੇਤਾ ਬਣ ਜਾਂਦਾ। ਜਿਹੜੇ ਵਾਹਿਗੁਰੂ ਨੂੰ ਚਾਹੁੰਦੇ ਨੇ, ਲੋੜੇ ਲੋਚਦੇ ਨੇ ਵੀ ਪਰਮਾਤਮਾ ਮਿਲ ਜਾਵੇ, ਉਹਨਾਂ ਤੇ ਕਿਰਪਾ ਕਰਕੇ ਸੋ ਕਰੇ, ਪਰਮਾਤਮਾ ਤਤਵੇਤੇ ਕਰ ਦਿੰਦਾ। ਸੋਈ ਜੀ ਕਰਨ। ਫਿਰ ਉਹ ਤਤ ਵੇਤੇ ਸਾਡੇ ਵਰਗੇ ਜਿਹੜੇ ਜਗਿਆਸੂ ਹੁੰਦੇ, ਇੱਛਾ ਰੱਖਣ ਵਾਲੇ ਪਰਮਾਤਮਾ ਦੀ, ਉਹਨਾਂ ਦੇ ਅੱਗੇ ਨਾਮ ਜਪਾਉਣ ਦਾ ਕਰਮ ਜਿਹੜਾ ਕਰਨ ਕਰਵਾਉਂਦੇ ਨੇ। ਤੂੰ ਵੀ ਨਾਮ ਜਪਿਆ ਕਰ, ਤੂੰ ਸੇਵਾ ਕਰਿਆ ਕਰ, ਇੰਨਾ ਸਿਮਰਨ ਕਰਿਆ ਕਰ ਪਰਮਾਤਮਾ ਦੇ ਨਾਮ ਦਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਗੁਰੂ ਦੇ ਪਿਆਰੇ ਤਤ ਵੇਤੇ ਫਿਰ ਜੀਵਾਂ ਦੇ ਪਾਸੋਂ ਨਾਮ ਨੂੰ ਜਪਾਉਣ ਦਾ ਜਿਹੜਾ ਧੰਦਾ ਕਰਨ ਕਰਵਾਉਣਾ ਕਰਦੇ ਹਨ। ਜੋ ਪ੍ਰਭ ਕੀਤੇ ਆਪਣੇ। ਜਿਨ੍ਹਾਂ ਦੇ ਉੱਤੇ ਵਿਸ਼ੇਸ਼ ਕਿਰਪਾ ਕਰਕੇ ਪਰਮਾਤਮਾ ਨੇ ਆਪਣੇ ਬਣਾ ਲੈਣਾ ਕੀਤਾ। ਸਈ ਕਹੀਐ ਧੰਨ। ਸਈ ਉਹਨਾਂ ਗੁਰੂ ਪਿਆਰਿਆਂ ਨੂੰ ਧੰਨਤਾ ਦੇ ਯੋਗ ਕਹਿਣਾ ਕਰੀਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨ੍ਹਾਂ ਤੇ ਕਿਰਪਾ ਕਰ ਦਿੱਤੀ, ਧੰਨਤਾ ਦੇ ਯੋਗ ਕਹੇ ਜਾਂਦੇ ਹਨ। ਆਪਨ ਲੀਆ ਜੇ ਮਿਲੈ। ਪਰਮਾਤਮਾ ਵਾਹਿਗੁਰੂ ਨੂੰ ਜੇ ਜੀਵ ਕਹੇ ਮੈਂ ਆਪਣੇ ਜ਼ੋਰ ਦੇ ਨਾਲ ਹੀ ਮਿਲ ਜਾਵਾਂਗਾ, ਮੈਂ ਸਾਧਨ ਕਰਕੇ ਮਿਲ ਜਾਵਾਂਗਾ, ਮੈਂ ਇੰਨੇ ਘੰਟੇ ਬੈਠ ਕਰਕੇ, ਭੁੱਖਾ ਬੈਠ ਕੇ, ਜਲ ਧਾਰੇ ਕਰਕੇ, ਧੂਣੀਆਂ ਤਾ ਕਰਕੇ ਪਰਮਾਤਮਾ ਨੂੰ ਮਿਲ ਲਵਾਂਗਾ। ਜੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣੇ ਰੂਹਾਨੀ ਜਿਸਮਾਨੀ ਬਲ ਦੇ ਨਾਲ ਹੀ ਪਰਮਾਤਮਾ ਮਿਲਦਾ ਹੋਵੇ। ਵਿਛੜ ਕਿਉਂ ਰੋਵਨ। ਫਿਰ ਜੀਵ ਦਾ ਵਿਛੜ ਵਿਛੋੜਾ ਕਿਉਂ ਹੁੰਦਾ ਪਰਮਾਤਮਾ ਤੋਂ? ਜਦੋਂ ਵਿਛੜ ਜਾਂਦਾ ਤੇ ਰੋਵਨ ਰੋਣਾ ਕਿਉਂ ਕਰਦਾ ਹੈ? ਇਸ ਲਈ ਸਾਧ ਸੰਗਤ ਜੀ ਇਹ ਤਾਂ ਉਸ ਪਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਹੀ ਮੰਗਣਾ ਕਰੀਏ। ਉਹਦੀ ਰਹਿਮਤ ਦਾ ਆਨੰਦ ਹੀ ਵੱਖਰਾ। ਜਦੋਂ ਰਹਿਮਤ ਦੇ ਘਰ ਵਿੱਚ ਆਉਂਦਾ, ਬਖਸ਼ਿਸ਼ਾਂ ਕਰ ਦਿੰਦਾ, ਉਹਦੀ ਬਖਸ਼ਿਸ਼ ਨੂੰ ਫਿਰ ਕੋਈ ਖੋਹਣਾ ਨਹੀਂ ਕਰਦਾ ਹੈ। ਜਿੱਥੇ ਬੰਦਾ ਕਹਿੰਦਾ ਮੈਂ ਤਾਕਤ ਦੇ ਨਾਲ ਇੰਨੀ ਭਗਤੀ ਕਰਕੇ, ਜਪ ਤਪ ਕਰਕੇ ਪਰਮਾਤਮਾ ਨੂੰ ਲੈ ਲਵਾਂਗਾ, ਉੱਥੇ ਵਿਛੜ ਕਰਕੇ ਫਿਰ ਰੋਣਾ ਕਿਉਂ ਕਰਦਾ ਹੈ?
ਕਦੇ ਅਵਸਥਾ ਬੜੀ ਉੱਚੀ ਬਣ ਜਾਂਦੀ, ਕਦੇ ਅਵਸਥਾ ਡਿੱਗ ਪੈਂਦੀ। ਤੇ ਫਿਰ ਜਦੋਂ ਕਿਸੇ ਗੁਰਮੁਖ ਕੋਲ ਜਾ ਕੇ ਪੁੱਛਦਾ ਜੀ ਅਵਸਥਾ ਡਿੱਗ ਪਈ, ਤੇ ਉਹ ਗੁਰਮੁਖ ਕਹਿੰਦੇ ਭਾਈ ਡਿੱਗ ਡਿੱਗ ਕੇ ਇਸ ਵਾਰ ਹੋਈਦਾ ਹੈ। ਅੱਜ ਅਵਸਥਾ ਡਿੱਗ ਪਈ ਤੇ ਕੱਲ ਨੂੰ ਹੋਰ ਕਮਾਈ ਕਰ, ਤੇਰੀ ਅਵਸਥਾ ਫਿਰ ਬਣ ਜਾਵੇਗੀ। ਫਿਰ ਕਿਤੇ ਸੂਖਮ ਹੰਗਤਾ ਅੰਦਰ ਆ ਗਈ ਤੇ ਫਿਰ ਅਵਸਥਾ ਡਿੱਗ ਪਈ। ਫਿਰ ਕਦੇ ਹੱਸਦਾ ਅਵਸਥਾ ਬਣੀ ਤੋਂ ਅਵਸਥਾ ਡਿੱਗੀ ਤੋਂ ਰਵੰਨ ਰੋਣ ਲੱਗ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਦੇ ਕਦੇ ਝਲਕਾਰੇ ਵੱਜਣ ਲੱਗ ਜਾਂਦੇ, ਦਰਸ਼ਨ ਦੀਦਾਰੇ ਸਤਿਗੁਰਾਂ ਦੇ ਹੋਣ ਲੱਗ ਜਾਂਦੇ। ਕਦੇ ਸਾਧਨ ਕਰਦਿਆਂ ਹੋਇਆਂ ਵੀ ਪਰਮਾਤਮਾ ਗੁਰੂ ਦੇ ਦੀਦਾਰ ਨਹੀਂ ਹੁੰਦੇ। ਇਹ ਤਾਂ ਸਾਧ ਸੰਗਤ ਜੀ ਆਪਣੇ ਜਿਹੜੇ ਬਲ ਦੇ ਕਰਕੇ ਮਨੁੱਖ ਕਹਿੰਦਾ ਮੈਂ ਪਰਮਾਤਮਾ ਨੂੰ ਮਿਲ ਲਵਾਂਗਾ, ਨਹੀਂ ਮਿਲਿਆ ਜਾਂਦਾ। ਤੇ ਜਦੋਂ ਮਿਲ ਗਿਆ ਤੇ ਫਿਰ ਤਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਾਣੀ ਵਿੱਚ ਪਾਣੀ ਮਿਲਿਆ, ਕਦੇ ਵੱਖਰਾ ਨਹੀਂ ਹੁੰਦਾ। ਵਿਛੜ ਕਿਉਂ ਰੋਵਨ ਹੰਕਾਰੀ ਜੀਵ, ਫਿਰ ਜਦੋਂ ਵਿਛੋੜਾ ਪਿਆ ਪਰਮਾਤਮਾ ਤੋਂ, ਫਿਰ ਕਿਉਂ ਰੋਵਨ ਉਹ ਰੋਣਾ ਕਰਦੇ ਹਨ। ਸਾਧੂ ਸੰਗ ਪ੍ਰਾਪਤੇ, ਜਿਨ੍ਹਾਂ ਨੂੰ ਸਾਧੂ ਸ੍ਰੇਸ਼ਟ ਗੁਣਾਂ ਵਾਲੇ ਦੇਵੀ ਗੁਣਾਂ ਦੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਦੀ ਐਸੀ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਸਤ ਸੰਗਤ ਕਰਕੇ ਆਪਣੇ ਮਨ ਨੂੰ ਸਾਧ ਲੈਣਾ ਕੀਤਾ। ਸਾਧ ਵਹੀ ਜਗ ਜਾਨੀਐ, ਜਾ ਕੇ ਨਹੀਂ ਉਪਾਦ ਮਨ। ਆਦਿ ਵਿਆਧੀ ਉਪਾਧੀ ਦਾ ਜਿਨ੍ਹਾਂ ਦੇ ਸਾਧ ਸੰਗਤ ਜੀ ਸਰੀਰਾਂ ਵਿੱਚ ਮਨਾਂ ਵਿੱਚ ਤਾਪ ਨਹੀਂ ਹੈ, ਐਸੇ ਜਿਹੜੇ ਸਾਧੂ ਨੇ। ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ, ਉਹਨੂੰ ਵੀ ਸਾਧ ਕਹਿੰਦੇ ਨੇ ਜਿਹੜਾ ਆਪ ਤੇ ਪਰਮਾਤਮਾ ਨਾਲ ਮਿਲਣ ਦਾ ਕਾਰਜ ਪੂਰਾ ਕਰੀ ਬੈਠਾ, ਦੂਜਿਆਂ ਨੂੰ ਮਿਲਾਉਣ ਦੇ ਪਰਉਪਕਾਰ ਵਿੱਚ ਹੀ ਭੱਜਿਆ ਦੌੜਿਆ ਫਿਰਦਾ। ਇਹੋ ਜਿਹੇ ਜਿਹੜੇ ਸਾਧੂ ਨੇ ਜਿਨ੍ਹਾਂ ਨੇ ਜੀਵਨ ਗੁਰਬਾਣੀ ਅਨੁਸਾਰ ਢਾਲਿਆ ਹੋਇਆ, ਉਹਨਾਂ ਦੀ ਜਦੋਂ ਸੰਗਤ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ, ਨਾਨਕ ਰੰਗ ਮਾਨਨ, ਫਿਰ ਉੱਥੇ ਗੁਰੂ ਪਿਆਰੇ ਸੰਗਤ ਵਿੱਚ ਸਾਧੂਆਂ ਦੀ ਸੰਗਤ ਕਰਦਿਆਂ ਹੋਇਆਂ ਪੂਰੇ ਗੁਰੂ ਦੀ ਸੰਗਤ ਵਿੱਚ ਹਰ ਤਰ੍ਹਾਂ ਦੇ ਰੰਗ ਆਨੰਦਾਂ ਨੂੰ ਮਾਨਨ ਦਾ ਅਰਥ ਮਾਨਣਾ ਕਰਦੇ ਹਨ। ਹਰ ਜੇਠ ਰੰਗੀਲਾ ਤਿਸ ਧਣੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅੰਤਲੀ ਪੰਕਤੀ ਵਿੱਚ ਬਚਨ ਬਖਸ਼ਿਸ਼ ਕਰਦੇ ਨੇ ਕਿ ਜੇਠ ਰੰਗੀਲਾ ਤਿਸ ਧਣੀ। ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਜੇਠ ਸਾਰਿਆਂ ਤੋਂ ਵੱਡਾ ਸ਼੍ਰੋਮਣੀ ਮਹਾਨ ਹੈ, ਉਹ ਰੰਗੀਲਾ। ਰੰਗ ਈਲਾ, ਰੰਗ ਨਾਮ ਆਨੰਦ ਦਾ, ਈਲਾ ਨਾਮ ਘਰ ਦਾ ਹੈ। ਉਹ ਆਨੰਦਾਂ ਦਾ ਘਰ ਹੈ। ਸਾਰੇ ਆਨੰਦ ਪਰਮਾਤਮਾ ਤੋਂ ਪ੍ਰਾਪਤ ਹੁੰਦੇ ਹਨ। ਜਿਸ ਕੈ ਭਾਗ ਮਥਨ, ਜਿਹੜਾ ਐਸਾ ਪਰਮਾਤਮਾ ਵਾਹਿਗੁਰੂ ਧਣੀ ਸਾਰਿਆਂ ਦਾ ਮਾਲਕ ਹੈ, ਰੰਗੀਲਾ ਰੰਗਾਂ ਦਾ ਆਨੰਦਾਂ ਦਾ ਘਰ ਹੈ, ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਜਿਸ ਕੈ ਭਾਗ ਮਥਨ, ਜੀ ਦੇ ਮੱਥੇ ਦੇ ਸ੍ਰੇਸ਼ਟ ਭਾਗ ਨੇ, ਚੰਗੇ ਉਤਕ੍ਰਿਸ਼ਟ ਕਰਮ ਜਿਨ੍ਹਾਂ ਦੇ ਮੱਥੇ ਤੇ ਪਰਮਾਤਮਾ ਨੇ ਲਿਖੇ ਨੇ। ਨਿਸ਼ਕਾਮ ਕਰਮ ਕਰਦਾ ਹੈ ਜੀਵ। ਫਿਰ ਸਾਧ ਸੰਗਤ ਜੀ ਸਾਰੇ ਆਨੰਦ, ਸਾਰੇ ਜਿਹੜੇ ਸੁੱਖ ਉਹਨਾਂ ਗੁਰੂ ਪਿਆਰਿਆਂ ਦੀ ਆ ਕਰਕੇ ਝੋਲੀ ਵਿੱਚ ਪੈ ਜਾਂਦੇ ਨੇ। ਇਹ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਜੇਠ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਆ ਹੈ। ਆਪ ਸਤਿਗੁਰੂ ਕਿਰਪਾ ਕਰਨ, ਜੇਠ ਦਾ ਮਹੀਨਾ ਆਪਣੇ ਭਾਣੇ ਵਿੱਚ ਰੱਖ ਕਰਕੇ ਸਤਿਗੁਰੂ ਵਸਰ ਕਰਵਾ ਲੈਣ, ਸਾਰਿਆਂ ਦੇ ਸਿਰਾਂ ਤੇ ਸਾਡੇ ਮਿਹਰ ਭਰਿਆ ਹੱਥ ਰੱਖਣ। ਆਓ ਇੱਕ ਸ਼ਬਦ ਗੁਰਬਾਣੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਗੋਂਡ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ, ਉਹ ਵੀ ਆਪਾਂ ਰਲ ਮਿਲ ਕਰਕੇ ਵਿਚਾਰ ਲਈਏ ਜੀ। ਗੋਂਡ ਨਾ ਇਹੋ ਮਾਨਸ ਨਾ ਇਹੋ ਦਿਓ। ਭਗਤ ਕਬੀਰ ਸਾਹਿਬ ਜੀ ਦਾ ਇਹ ਜੋ ਭਗਤ ਬਾਣੀ ਹੈ ਗੋਂਡ ਰਾਗ ਦੀ, ਉਸ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪ ਦੇ ਉੱਪਰ 871 ਅੰਗ ਤੇ ਸੁਭਾਏਮਾਨ ਹੈ। ਅੱਗੇ ਕਬੀਰ ਸਾਹਿਬ ਜੀ ਦੇ ਜੋ ਬਚਨ ਆਰੰਭ ਹੋ ਰਹੇ ਨੇ, ਬਨਾਰਸ ਕਾਸ਼ੀ ਦੇ ਵਿੱਚ ਜਿੱਥੇ ਘਰ ਵਿੱਚ ਰਹਿ ਕਰਕੇ ਬੰਦਗੀ ਕਰਦੇ ਅਨੇਕਾਂ ਸਾਧੂ ਆਉਂਦੇ, ਘਰ ਵਿੱਚ ਅਨੇਕਾਂ ਜਗਿਆਸੂ ਆ ਕਰਕੇ ਭਗਤ ਜੀ ਕੋਲੋਂ ਬ੍ਰਹਮ ਦੀ ਵਿਚਾਰ ਸੁਣਦੇ ਨੇ। ਕੁਝ ਸੇਵਕ ਆਏ ਨੇ ਚੱਲ ਕਰਕੇ, ਉਹਨਾਂ ਨੇ ਬੇਨਤੀ ਕੀਤੀ ਕਬੀਰ ਸਾਹਿਬ ਜੀ ਨੂੰ ਕਿ ਜਿਹੜਾ ਤੁਰੀਆ ਪਦ ਹੈ, ਚੌਥਾ ਪਦ ਜਿਸ ਨੂੰ ਕਿਹਾ ਜਾਂਦਾ,
ਤੇ ਉਹ ਕਿਸ ਪ੍ਰਕਾਰ ਦਾ ਉਹਦਾ ਰੂਪ ਹੈ ਤੇ ਉਸ ਦਾ ਟਿਕਾਣਾ ਕਿੱਥੇ ਹੈ, ਕਿੱਥੇ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਜੋਤ ਨਿਵਾਸ ਕਰਦੀ ਹੈ। ਤਾਂ ਹੁਣ ਕਬੀਰ ਸਾਹਿਬ ਜੀ ਉਸ ਸਰੂਪ ਦਾ ਜ਼ਿਕਰ ਕਰਦੇ ਜਿਹਨੂੰ ਪਰਮਾਤਮਾ ਦੀ ਜੋਤ ਨੂੰ ਅਸੀਂ ਆਤਮਾ ਕਹਿ ਦਿੰਦੇ। ਇੰਨਾ ਹੀ ਫਰਕ ਹੈ ਪਰਮਾਤਮਾ ਤੇ ਆਤਮਾ ਦੇ ਵਿੱਚ। ਪਰਮਾਤਮਾ ਪਰਮ ਆਤਮਾ ਜਿਹੜੀ ਕਰੋੜਾਂ ਬ੍ਰਹਿਮੰਡਾਂ ਨੂੰ ਸ਼ਕਤੀ ਚਲਾਉਂਦੀ ਹੈ ਤੇ ਸਾਧ ਸੰਗਤ ਜੀ ਪਰਮਾਤਮਾ ਹੈ ਜਿਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ। ਇੱਕ ਜਿਹੜਾ ਸਾਡਾ ਸਰੀਰ ਹੈ, ਇੱਕ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਆਤਮਾ ਕਹਿੰਦੇ ਨੇ। ਇੱਕ ਸਰੀਰ ਵਿੱਚ ਹੀ ਕੰਮ ਕਰੇ ਆਤਮਾ, ਕਰੋੜਾਂ ਸਰੀਰ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਵੇ ਉਹ ਪਰਮਾਤਮਾ ਹੈ। ਉਹ ਜਿਹੜੀ ਜੋਤ ਹੈ ਸਰੀਰਾਂ ਅੰਦਰ ਉਹਦਾ ਜ਼ਿਕਰ ਕਰਦੇ, ਨਾ ਇਹੋ ਮਾਨਸ ਨਾ ਇਹੋ ਦੇਓ। ਕਬੀਰ ਸਾਹਿਬ ਜੀ ਕਹਿੰਦੇ ਸੇਵਕਾਂ ਨੂੰ ਸਿੱਖਿਆ ਦਿੰਦਿਆਂ ਹੋਇਆਂ, ਇਹ ਜਿਹੜੀ ਸਾਡੀ ਜੋਤ ਆਤਮਾ ਹੈ ਸਰੀਰਾਂ ਵਿੱਚ, ਨਾ ਤਾਂ ਇਹ ਮਾਨਸ ਮਨੁੱਖਾਂ ਵਰਗਾ ਇਹਦਾ ਸਰੀਰ ਹੈ, ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ। ਇਸਤਰੀ ਵਰਗਾ ਵੀ ਨਹੀਂ ਹੈ ਤੇ ਪੰਖਣੂ ਪੰਖੇਰੂਆਂ ਵਰਗਾ ਜਾਂ ਹੀਜੜੇ ਵਰਗਾ ਵੀ ਇਹਦਾ ਸਰੂਪ ਨਹੀਂ ਹੈ। ਇਸ ਜੋਤ ਨੂੰ ਮਾਨਸ ਮਨੁੱਖਾਂ ਵਾਲਾ ਸਰੀਰ ਕਰਕੇ ਨਹੀਂ ਵੇਖਿਆ ਜਾਂਦਾ ਵੀ ਫਲਾਣੇ ਮਨੁੱਖ ਦੇ ਨਾਲ ਉਹਦਾ ਰੰਗ ਰੂਪ ਮਿਲਦਾ ਹੋਵੇਗਾ। ਮਾਨਸ ਮਨੁੱਖਾਂ ਵਰਗਾ ਵੀ ਇਹਦਾ ਰੂਪ ਨਹੀਂ ਹੈ, ਨਾ ਇਹੋ ਦੇਓ। ਦੇਓ ਦਾ ਅਰਥ ਜਿਹੜੇ ਦੇਵਤੇ ਹਨ ਤੇ ਉਹਨਾਂ ਦੇਵਤਿਆਂ ਵਰਗਾ ਵੀ ਸਰੂਪ ਨਹੀਂ ਹੈ ਉਸ ਦਾ। ਨਾ ਇਹੋ ਜਤੀ ਕਹਾਵੈ ਸਿਓ। ਨਾ ਇਹ ਜਿਹੜਾ ਸਾਡਾ ਸਰੂਪ ਹੈ ਆਤਮਾ ਵਾਹਿਗੁਰੂ ਦੀ ਜੋਤ, ਇਹ ਜਾਤ ਵਾਲੀ ਕਹੀ ਜਾ ਸਕਦੀ ਵੀ ਇਹ ਬ੍ਰਹਮਚਾਰੀ ਹੈ। ਬ੍ਰਹਮਚਰਜ ਦੇ ਵਿੱਚ ਰਹਿਣ ਵਾਲਾ ਵੀ ਸਰੂਪ ਨਹੀਂ, ਬ੍ਰਹਮਚਾਰੀ ਵੀ ਨਹੀਂ ਇਸ ਨੂੰ ਕਿਹਾ ਜਾਂਦਾ। ਤੇ ਨਾ ਇਸ ਪ੍ਰਕਾਰ ਕਹਿੰਦੇ ਜਤੀ ਕਹਾਵੈ ਸਿਓ। ਤੇ ਜਿਹੜਾ ਸਿਓ ਦਾ ਅਰਥ ਸੇਵਕ, ਕੋਈ ਚੇਲਾ, ਕੋਈ ਮੁਰੀਦ, ਕੋਈ ਸਿੱਖ ਕਿਸੇ ਦਾ ਬਣ ਜਾਣਾ। ਇਸ ਲਈ ਸੇਵਕਾਂ ਵਾਲਾ ਵੀ ਰੂਪ ਨਹੀਂ ਹੈ ਆਤਮਾ ਦਾ। ਨਾ ਇਹੋ ਜੋਗੀ ਨਾ ਅਵਧੂਤਾ। ਜਿਹੜੇ ਜੋਗੀ ਹਨ ਉਹ ਆਪਣੇ ਸਰੀਰ ਤੇ ਸਵਾਹ ਮੜ ਲੈਂਦੇ, ਕੰਨਾਂ ਨੂੰ ਪਾੜ ਕੇ ਮੁੰਦਰਾਂ ਪਾ ਲੈਂਦੇ, ਹੱਥ ਵਿੱਚ ਫੌੜੀ ਫੜ ਲੈਂਦੇ, ਜਟਾਵਾਂ ਬਣਾ ਲੈਂਦੇ ਜੀ ਇਹ ਸਾਡਾ ਭੇਖ ਹੈ ਜੋਗੀਆਂ ਦਾ, ਗੋਰਖ ਨਾਥ ਦੇ ਅਸੀਂ ਚੇਲੇ ਹਾਂ। ਇਹ ਜਿਹੜੀ ਆਤਮਾ ਜੋਤ ਹੈ ਵਾਹਿਗੁਰੂ ਦੀ, ਇਹ ਗੋਰਖ ਨਾਥ ਦੀ ਚੇਲੀ ਵੀ ਨਹੀਂ ਹੈ। ਇਹ ਜਿਹੜਾ ਐਸਾ ਸਰੂਪ ਹੈ ਸਤਿਗੁਰੂ ਕਹਿੰਦੇ ਜੋਗੀਆਂ ਵਰਗਾ ਵੀ ਕੰਨਾਂ ਵਿੱਚ ਪਾੜ ਕਰਕੇ ਮੁੰਦਰਾਂ ਪਾ ਲੈਣੀਆਂ, ਐਸਾ ਵੀ ਸਰੂਪ ਨਹੀਂ ਵਾਹਿਗੁਰੂ ਦੀ ਜੋਤ ਦਾ ਕਿਹਾ ਜਾਂਦਾ। ਨਾ ਅਵਧੂਤਾ, ਅਵਧੂਤ ਨਾਮ ਹੁੰਦਾ ਬਰਕਤ ਤਾਈ ਦਾ, ਤੇ ਐਸਾ ਬਰਕਤ ਤਾਈ ਵਾਲਾ ਵੀ ਸਰੂਪ ਨਹੀਂ ਉਸ ਦਾ। ਨਾ ਇਸ ਮਾਏ ਨਾ ਕਾਹੂ ਪੂਤਾ। ਨਾ ਇਸ ਆਤਮਾ ਵਾਹਿਗੁਰੂ ਦੀ ਜੋਤ ਨੂੰ ਕੋਈ ਜਨਮ ਦੇਣ ਵਾਲੀ ਇਹਦੀ ਮਾਏ ਮਾਤਾ ਹੈ ਵੀ ਫਲਾਨੀ ਮਾਤਾ ਦੇ ਉਦਰ ਦੇ ਵਿੱਚੋਂ ਇਹ ਆਤਮਾ ਪੈਦਾ ਹੋਈ ਹੈ। ਵਾਹਿਗੁਰੂ ਦੀ ਜੋਤ ਨੂੰ ਪੈਦਾ ਕਰਨ ਵਾਲੀ ਕੋਈ ਮਾਏ ਇਹਦੀ ਮਾਤਾ ਵੀ ਨਹੀਂ, ਨਾ ਕਾਹੂ ਪੂਤਾ। ਇਹ ਜਿਹੜਾ ਸਰੂਪ ਹੈ ਆਤਮਾ ਦਾ, ਇਹ ਕਿਸੇ ਦਾ ਪੋਤਾ ਪੁੱਤਰ ਵੀ ਨਹੀਂ ਕਿਹਾ ਜਾਂਦਾ। ਕਿਆ ਮੰਦਰ ਮਹਿ ਕੌਣ ਬਸਾਈ। ਇਹ ਸੇਵਕ ਪੁੱਛਣਾ ਕਰਦੇ ਨੇ ਕਬੀਰ ਸਾਹਿਬ ਜੀ ਨੂੰ, ਭਗਤ ਜੀ ਇਹ ਮੰਦਰ ਮਹਿ, ਇਹ ਜਿਹੜਾ ਸਾਡਾ ਮੰਦਰ ਮਨ ਹੈ, ਮਨ ਮੰਦਰ ਤਨ ਵੇਸ ਕਲੰਦਰ, ਇਹ ਜਿਹੜਾ ਤਨ ਸਾਡਾ ਮੰਦਰ ਹੈ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵਹਿ ਰਾਮ। ਸਰੀਰ ਵੀ ਮੰਦਰ ਹੈ, ਮਨ ਵੀ ਮੰਦਰ ਹੈ, ਤੇ ਸੰਸਾਰ ਜਿਹੜਾ ਇਹ ਵੀ ਮੰਦਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ। ਇਸ ਲਈ ਸੰਸਾਰ ਰੂਪੀ ਮੰਦਰ ਦੇ ਵਿੱਚ ਕੌਣ ਵਸਾਈ, ਕੌਣ ਵਸਦਾ ਹੈ, ਕਿਹਦੇ ਨਾਲ ਇਹ ਸੰਸਾਰ ਚੱਲੀ ਜਾਂਦਾ। ਇਹ ਸਰੀਰ ਜਿਹੜਾ ਹੈ, ਇਹ ਸਰੀਰ ਰੂਪੀ ਮੰਦਰ ਨੂੰ ਕੌਣ ਚਲਾਉਂਦਾ, ਇਹਦੇ ਅੰਦਰ ਇਹਦਾ ਮਾਲਕ ਕਿਹੜਾ ਬੈਠਾ ਹੈ। ਜਿਹੜਾ ਮਨ ਹੈ, ਬੰਦਾ ਕਹਿੰਦਾ ਜੀ ਮੇਰਾ ਮਨ ਠੀਕ ਨਹੀਂ ਹੈ, ਉੱਥੇ ਮੇਰਾ ਮੈਂ ਵੱਖਰਾ ਬਣ ਗਿਆ ਤੇ ਮਨ ਵੱਖਰਾ ਹੋ ਗਿਆ। ਉਹ ਜਿਹੜਾ ਮਨ ਨੂੰ ਚਲਾਉਣ ਵਾਲਾ ਐਸਾ ਇਹਦਾ ਮਾਲਕ ਹੈ। ਮਨ ਮੰਦਰ ਦੇ ਅੰਦਰ ਉਹ ਕੌਣ ਵਸਦਾ ਹੈ। ਕਬੀਰ ਜੀ ਕਿਰਪਾ ਕਰਕੇ ਇਹ ਦੱਸੋ, ਮਨ ਦੇ ਅੰਦਰ ਕਿਸ ਦੀ ਜੋਤ ਹੈ, ਕੀ ਚੀਜ਼ ਵਸਦੀ ਹੈ। ਸਰੀਰ ਅੰਦਰ ਕੌਣ ਹੈ, ਕਿਹਦੇ ਨਾਲ ਅੰਗ ਪ੍ਰਤੰਗ ਹਿੱਲਦੇ ਪਏ ਨੇ। ਗਿਆਨ ਕਰਮ ਇੰਦਰੇ ਕਿਸ ਦੀ ਜੋਤ ਦੇ ਨਾਲ ਹਰਕਤ ਕਰਦੇ ਨੇ।
ਇਸੇ ਤਰ੍ਹਾਂ ਸੰਸਾਰ ਨੂੰ ਕੌਣ ਚਲਾਉਂਦਾ ਹੈ? ਤਾ ਕਾ ਅੰਤ ਨਾ ਕੋਉ ਪਾਈ। ਕਬੀਰ ਸਾਹਿਬ ਜੀ ਸੇਵਕਾਂ ਦੇ ਬਚਨ ਸੁਣ ਕੇ ਕਹਿਣ ਲੱਗੇ, ਭਾਈ ਗੁਰਮੁਖੋ, ਤਾ ਕਾ ਅੰਤ ਨਾ ਕੋਉ ਪਾਈ। ਉਹ ਜਿਹੜੀ ਜੋਤ ਹੈ ਪਰਮਾਤਮਾ ਵਾਹਿਗੁਰੂ ਜੀ ਦੀ, ਤੇ ਉਹ ਤਾਂ ਪਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਉਹਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ। ਸੂਸ਼ਮ ਤੇ ਸੂਸ਼ਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ। ਵੱਡਿਆਂ ਤੋਂ ਵੱਡਾ ਵਿਰਾਟ ਰੂਪ ਹੈ, ਸੂਖਸ਼ਮ ਤੋਂ ਸੂਖਸ਼ਮ ਰੂਪ ਜਿਹੜਾ ਹੈ ਉਹ ਸੂਖਮ ਸਰੀਰ ਨੂੰ ਵੀ ਚਲਾਉਂਦਾ ਪਿਆ ਹੈ। ਇਸ ਲਈ ਸਾਧ ਸੰਗਤ ਜੀ, ਉਸ ਪਰਮਾਤਮਾ ਦੇ ਸਰੂਪ ਦਾ ਜਿਹੜਾ ਅੰਤ ਹੈ ਉਹਦਾ ਹੱਦ ਬੰਨਾ ਕਿਸੇ ਤੋਂ ਨਹੀਂ ਪਾਇਆ ਜਾ ਸਕਦਾ। ਰਹਾਉ ਵਿਸਰਾਮ ਦੇ ਕੇ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ, ਨਾ ਇਹੋ ਗਿਰਹੀ ਨਾ ਉਦਾਸੀ। ਨਾ ਤਾਂ ਇਹ ਆਤਮਿਕ ਸਵਰੂਪ ਹੈ ਸਾਡਾ, ਇਹ ਗਿਰਹੀ ਗ੍ਰਸਤੀ ਕਿਹਾ ਜਾਂਦਾ। ਵੀ ਜਿਵੇਂ ਅਸੀਂ ਘਰ ਬਾਰੀ ਹਾਂ, ਗ੍ਰਸਤ ਧਰਮ ਦੇ ਅੰਦਰ ਰਹਿ ਕਰਕੇ ਕਿਰਿਆ ਕਰਮ ਕਰਦੇ ਹਾਂ, ਉਹ ਸਾਡੇ ਵਾਂਗ ਗਿਰਹੀ ਗ੍ਰਸਤੀ ਵੀ ਨਹੀਂ ਹੈ, ਨਾ ਉਦਾਸੀ। ਉਦਾਸੀ ਜਿਹੜਾ ਉਪਰਾਮ ਦੁਨੀਆ ਤੋਂ ਹੋ ਜਾਵੇ, ਜਿਵੇਂ ਉਦਾਸੀਆਂ ਦਾ ਮਤ ਚੱਲਦਾ ਸਾਧੂਆਂ ਦਾ, ਇਸ ਪ੍ਰਕਾਰ ਉਦਾਸੀ ਮਤ ਵਾਲਾ ਸਾਧੂਆਂ ਵਾਲਾ ਵੀ ਉਹਦਾ ਰੂਪ ਨਹੀਂ ਹੈ। ਨਾ ਉਦਾਸੀਆਂ ਵਰਗਾ ਤੇ ਨਾ ਗ੍ਰਸਤੀਆਂ ਵਰਗਾ ਹੈ। ਨਾ ਇਹੋ ਰਾਜ ਨਾ ਭੀਖ ਮੰਗਾਸੀ। ਨਾ ਪਰਮਾਤਮਾ ਦਾ ਸਵਰੂਪ ਦੁਨੀਆ ਦੇ ਰਾਜਿਆਂ ਵਰਗਾ ਰਾਜ ਹੈ ਤੇ ਵੋਟਾਂ ਮੰਗਣ ਵਾਸਤੇ ਦਰ ਦਰ ਦੇ ਉੱਤੇ ਆ ਕਰਕੇ ਖੜ ਜਾਂਦੇ। ਸਮੇਂ ਨਾਲ ਵੱਡੇ ਵੱਡੇ ਰਾਜਿਆਂ ਦੇ ਹੱਥਾਂ ਵਿੱਚ ਠੂਠੇ ਫੜ ਕਰਕੇ ਮੰਗਤੇ ਬਣੇ ਹੋਏ ਵੇਖਿਆ ਜਾਂਦਾ। ਇਹ ਪਰਮਾਤਮਾ ਸਭ ਕੁਝ ਹੀ ਵਿਖਾ ਦਿੰਦਾ ਹੈ। ਇਸ ਲਈ ਸਾਧ ਸੰਗਤ ਜੀ, ਪਰਮਾਤਮਾ ਵਾਹਿਗੁਰੂ ਦਾ ਜਿਹੜਾ ਸਵਰੂਪ ਹੈ ਇਹ ਰਾਜ ਕਹੀਏ ਰਾਜਿਆਂ ਵਰਗਾ ਵੀ ਨਹੀਂ ਹੈ। ਕਦੇ ਰਾਜੇ ਜਿੱਤ ਜਾਂਦੇ, ਕਦੇ ਹਾਰ ਜਾਂਦੇ, ਕਦੇ ਹੱਸਦੇ, ਕਦੇ ਰੋਂਦੇ ਨੇ। ਸਾਨੂੰ ਹੀ ਦੇਖਣ ਵਾਸਤੇ ਉਹ ਜਿਹੜੇ ਸੁਖੀ ਲੱਗਦੇ ਨੇ, ਪਰੰਤੂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਦੁਨੀਆ ਦਾ ਵੀ ਰਾਜ ਲੈ ਲਵੇ ਤੇ ਤਾਂ ਵੀ ਕਦੇ ਸਦੀਵ ਕਾਲ ਰਹਿਣ ਵਾਲਾ ਸੁੱਖ ਨਹੀਂ ਮਿਲਦਾ ਹੈ। ਇਸ ਲਈ ਇਹ ਰਾਜਿਆਂ ਵਰਗਾ ਵੀ ਸਰੂਪ ਨਹੀਂ ਹੈ, ਨਾ ਭੀਖ ਮੰਗਾਸੀ। ਤੇ ਜਿਹੜੇ ਭੀਖ ਭਿੱਖਿਆ ਮੰਗਣ ਵਾਲੇ ਮੰਗਤੇ ਭਿਖਾਰੀ ਹਨ, ਤੇ ਉਹਨਾਂ ਵਰਗਾ ਵੀ ਵਾਹਿਗੁਰੂ ਦਾ ਸਰੂਪ ਨਹੀਂ ਹੈ। ਨਾ ਇਸ ਪਿੰਡ ਨਰਕ ਤੂ ਰਾਤੀ। ਨਾ ਤਾਂ ਸਾਧ ਸੰਗਤ ਜੀ ਉਸ ਪਰਮਾਤਮਾ ਵਾਹਿਗੁਰੂ ਦੇ ਸਵਰੂਪ ਦਾ ਕੋਈ ਪਿੰਡ ਸਰੀਰ ਹੈ, ਵੀ ਕੋਈ ਜਾਨਵਰ ਵਰਗਾ ਹੋਵੇਗਾ, ਮਨੁੱਖ ਵਰਗਾ ਹੋਵੇਗਾ, ਜਲ ਜੰਤੂ ਵਰਗਾ ਹੋਵੇਗਾ। ਕੋਈ ਵੀ ਉਸ ਪਰਮਾਤਮਾ ਵਾਹਿਗੁਰੂ ਦਾ ਇੱਕ ਪਿੰਡ ਸਰੀਰ ਨਹੀਂ ਹੈ, ਸਗੋਂ ਸਾਰੇ ਸਰੀਰਾਂ ਨੂੰ ਜ਼ਰੂਰ ਚਲਾਈ ਜਾਂਦਾ ਹੈ। ਤੇ ਇਸ ਪ੍ਰਕਾਰ ਕਹਿੰਦੇ, ਨਾ ਇਸ ਪਿੰਡ ਨਾ ਰਕਤੂ ਰਾਤੀ। ਰਾਤੀ ਨਾਮ ਹੈ, ਰੱਤੀ ਮਾਤਰ ਥੋੜੇ ਜਿੰਨਾ ਵੀ ਰਕਤੂ, ਉਹਦੇ ਵਿੱਚ ਖੂਨ ਲਹੂ ਨਹੀਂ ਹੈ। ਤੇ ਜੇ ਖੂਨ ਹੋਵੇਗਾ ਤੇ ਕਦੇ ਖੂਨ ਨੇ ਖਤਮ ਹੋ ਜਾਣਾ। ਖੂਨ ਰੁਕ ਗਿਆ ਮਨੁੱਖ ਦਾ, ਕਹਿੰਦੇ ਜੀ ਇਹ ਮਨੁੱਖ ਡੈੱਡ ਬੋਡੀ ਹੋ ਗਿਆ, ਸਰੀਰ ਜਿਹੜਾ ਮੁਰਦਾ ਹੀ ਬਣ ਗਿਆ। ਤੇ ਪਰਮਾਤਮਾ ਵਾਹਿਗੁਰੂ ਦੇ ਅੰਦਰ ਤਾਂ ਐਸਾ ਰੱਤੀ ਮਾਤਰ ਵੀ ਰਕਤੂ, ਕੋਈ ਖੂਨ, ਕੋਈ ਲਹੂ ਨਹੀਂ ਵੇਖਿਆ ਜਾਂਦਾ। ਨਾ ਇਹੋ ਬ੍ਰਾਹਮਣ ਨਾ ਇਹੋ ਖਾਤੀ। ਨਾ ਵਾਹਿਗੁਰੂ ਦਾ ਜਿਹੜਾ ਸਵਰੂਪ ਹੈ ਕਿਸੇ ਬ੍ਰਾਹਮਣ ਜਾਤੀ ਨਾਲ ਸੰਬੰਧਿਤ ਹੈ, ਵੀ ਬ੍ਰਾਹਮਣ ਬੜੀ ਸੋਚਮਤਾ ਰੱਖਦੇ ਨੇ, ਤੇੜ ਧੋਤੀ ਲਾਉਂਦੇ, ਮੱਥੇ ਤੇ ਟਿੱਕਾ ਲਾਉਂਦੇ ਨੇ ਤੇ ਤਿਲਕ ਲਾਉਂਦੇ ਨੇ। ਇਸ ਤਰ੍ਹਾਂ ਦਾ ਪਰਮਾਤਮਾ ਦਾ ਰੂਪ ਹੋਵੇਗਾ। ਕਿਸੇ ਬ੍ਰਾਹਮਣ ਵਰਗਾ ਵੀ ਸਵਰੂਪ ਨਹੀਂ ਹੈ ਆਤਮਾ ਦਾ। ਨਾ ਇਹੋ ਖਾਤੀ। ਤੇ ਖਾਤੀ ਨਾਮ ਜਿਹੜਾ ਹੈ ਸਾਧ ਸੰਗਤ ਜੀ ਛਤਰੀ ਦਾ, ਜਿਹੜਾ ਖੱਤਰੀਆਂ ਵਰਗਾ ਵੀ, ਉਹ ਛਤਰੀ ਦਾ ਧਰਮ ਹੁੰਦਾ ਤਲਵਾਰ ਫੜ ਕਰਕੇ ਮੈਦਾਨੀ ਜੰਗ ਵਿੱਚ ਜੂਝਣਾ। ਐਸਾ ਵੀ ਵਾਹਿਗੁਰੂ ਦਾ ਸਵਰੂਪ ਨਹੀਂ ਕਿਹਾ ਜਾਂਦਾ। ਨਾ ਇਹੋ ਤਪਾ ਕਹਾਵੇ ਸੇਖ। ਦੁਨੀਆ ਵਿੱਚ ਬਹੁਤ ਤਪੱਸਿਆ ਕਰਨ ਵਾਲੇ ਆਪਣੇ ਆਪ ਨੂੰ ਤਪੇ ਕਹਾਉਂਦੇ ਨੇ, ਵੀ ਮੈਂ ਤਪਾ ਹਾਂ, ਇੰਨੀ ਤਪੱਸਿਆ ਕਰਦਾ। ਪਰਮਾਤਮਾ ਵਾਹਿਗੁਰੂ ਦਾ ਜਿਹੜਾ ਸਵਰੂਪ ਹੈ ਉਹ ਤਪੱਸਿਆ ਕਰਨ ਵਾਲਾ ਕਿਸੇ ਤਪੱਸਵੀ ਵਰਗਾ ਵੀ ਨਹੀਂ ਹੈ। ਤੇ ਸੇਖ ਹੁੰਦੇ ਮੁਸਲਮਾਨਾਂ ਦੇ ਅੰਦਰ ਬਿਰਧ ਜਾਤੀ ਵਾਲੇ, ਜਿਵੇਂ ਬਾਬਾ ਫਰੀਦ ਸਾਹਿਬ ਜੀ ਸੇਖ ਜਾਤੀ ਵਿੱਚੋਂ ਹੋਏ ਨੇ। ਤੇ ਐਸੀ ਉਹ ਵਿਸ਼ੇਸ਼ ਜਿਹੜੀ ਸੇਖਾਂ ਦੀ ਜਾਤ ਹੈ, ਉਸ ਜਾਤੀ ਵਾਲਾ ਵੀ ਨਹੀਂ ਕਿਹਾ ਜਾਂਦਾ। ਨਾ ਇਹੋ ਜੀਵੈ ਨਾ ਮਰਤਾ ਦੇਖ। ਨਾ ਇਹ ਆਤਮਾ ਜਿਹੜੀ ਹੈ ਸਾਡੀ ਜੋਤ ਪਰਮਾਤਮਾ ਵਾਹਿਗੁਰੂ ਦੀ ਸਰੀਰਾਂ ਅੰਦਰ ਰੱਖੀ ਹੋਈ, ਤੇ ਨਾ ਇਹੋ ਜੀਵੈ ਤੇ ਨਾ ਇਹ ਜੀਵੈ ਜਿਉਂਦੀ ਹੈ। ਤੇ ਭਾਵ ਕਿ ਇਹਦਾ ਜਨਮ ਹੋਣਾ ਕਰਦਾ।
ਨਾ ਮਰਤਾ ਦੇਖ, ਜੇ ਮਨੁੱਖ ਦਾ ਜਨਮ ਹੈ ਜਨਮੰ ਤਾਂ ਮਰਨੰ, ਫਿਰ ਮਰਨਾ ਵੀ ਜ਼ਰੂਰ ਹੋਵੇਗਾ। ਇਸ ਸਰੂਪ ਨੂੰ ਮਰਦਿਆਂ ਹੋਇਆਂ ਵੀ ਕਦੇ ਨਹੀਂ ਵੇਖਿਆ ਜਾਂਦਾ। ਇਸ ਮਰਤੇ ਕੋ ਜੇ ਕੋ ਰੋਵੈ, ਜੇਕਰ ਕੋਈ ਅਗਿਆਨੀ ਮਨੁੱਖ ਇਹ ਕਹਿ ਦੇਵੇ ਜੀ ਆਤਮਾ ਮਰ ਗਈ, ਪਰਮਾਤਮਾ ਦੀ ਜੋਤ ਮਰ ਗਈ, ਧਾਹਾਂ ਮਾਰਨ ਲੱਗ ਜਾਵੇ, ਕੀਰਨੇ ਪਾਉਣ ਲੱਗ ਜਾਵੇ, ਕੋਈ ਰੋਣ ਲੱਗ ਜਾਵੇ ਵੀ ਮੇਰੀ ਆਤਮਾ ਮਰ ਗਈ ਹੈ, ਪਰਮਾਤਮਾ ਦਾ ਸਰੂਪ ਜਿਹੜਾ ਇਹ ਖਤਮ ਹੋ ਗਿਆ ਹੈ। ਜੋ ਰੋਵੈ ਸੋਈ ਪਤ ਖੋਵੈ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਅਗਿਆਨੀ ਬੇਸਮਝ ਮਨੁੱਖ ਆਤਮਾ ਨੂੰ ਮਰੀ ਜਾਣ ਕਰਕੇ ਰੋਵੇਗਾ, ਸਰੀਰ ਮਰਦੇ ਨੇ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਰੀਰ ਵੀ ਨਹੀਂ ਮਰਦਾ, ਪੰਜੇ ਤੱਤ ਤੱਤਾਂ ਵਿੱਚ ਮਿਲ ਜਾਂਦੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਕਹਿੰਦੇ ਸਰੀਰ ਵੀ ਨਹੀਂ ਮਰਦਾ, ਪਰੰਤੂ ਅਸੀਂ ਅਗਿਆਨੀ ਕਹਿ ਦਿੰਦੇ ਵੀ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਜੋਤ ਹੈ, ਪਰਮਾਤਮਾ ਤੂੰ ਇਹਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ੀ। ਨਹੀਂ ਪਿਆਰਿਓ, ਕਦੇ ਭੁੱਲ ਕਰਕੇ ਇਹ ਸ਼ਬਦ ਨਹੀਂ ਕਹਿਣਾ, ਜੋਤ ਕਹਿ ਸਕਦੇ ਹਾਂ। ਇਸ ਜੀਵ ਦੀ ਜਿਹੜੀ ਇਸ ਪ੍ਰਕਾਰ ਅੰਦਰਲੀ ਆਪਣੀ ਪ੍ਰਤੱਖ ਜੋਤ ਸੀ ਜੀਵ ਦੀ, ਜੀਵ ਕਲਾ ਕਹਿ ਸਕਦੇ। ਆਤਮਾ ਨੂੰ ਚਰਨਾਂ 'ਚ ਨਿਵਾਸ ਕੀ, ਆਤਮਾ ਤੇ ਪਰਮਾਤਮਾ ਦੀ ਜੋਤ ਹੈ। ਇਸ ਕਰਕੇ ਜੋ ਰੋਵੈ ਸੋਈ ਪਤ ਖੋਵੈ, ਜਿਹੜਾ ਰੋਂਦਾ ਹੈ ਵੀ ਮੇਰੀ ਆਤਮਾ ਮਰ ਗਈ, ਇਹਨੂੰ ਚਰਨਾਂ 'ਚ ਨਿਵਾਸ ਨਹੀਂ ਮਿਲਿਆ, ਉਹ ਆਪਣੀ ਪਤ ਇੱਜ਼ਤ ਨੂੰ ਖੋ ਲੈਂਦਾ, ਬਰਬਾਦ ਕਰ ਲੈਂਦਾ ਹੈ। ਗੁਰ ਪ੍ਰਸਾਦ ਮੈਂ ਡਗਰੂ ਪਾਇਆ। ਕਬੀਰ ਸਾਹਿਬ ਜੀ ਕਹਿੰਦੇ ਪਿਆਰੇ ਗੁਰਸਿੱਖੋ, ਅਸੀਂ ਤੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਗੁਰੂ ਰਾਮਾਨੰਦ ਜੀ ਤੋਂ ਉਪਦੇਸ਼ ਲੈਣਾ ਕੀਤਾ। ਉਹਨਾਂ ਕੋਲੋਂ ਡਗਰੋ ਦਾ ਅਰਥ ਖੁੱਲਾ ਰਸਤਾ, ਜਿਹਦੇ ਵਿੱਚ ਆਉਂਦਿਆਂ ਜਾਂਦਿਆਂ ਤੰਗੀ ਨਾ ਹੋਣੀ ਕਰੇ, ਐਸਾ ਗਿਆਨ ਦਾ ਰਸਤਾ ਪਾਇਆ, ਪ੍ਰਾਪਤ ਕਰ ਲਿਆ ਹੈ। ਜੀਵਨ ਮਰਨ ਕੋ ਮਿਟਵਾਇਆ। ਗੁਰੂ ਦੀ ਕਿਰਪਾ ਨਾਲ ਗਿਆਨ ਦੀ ਪ੍ਰਾਪਤੀ ਹੋ ਜਾਣਾ ਕੀਤੀ। ਹੁਣ ਜਿਹੜਾ ਜੀਵਨ ਜਿਉਣਾ ਹੈ ਤੇ ਮਰਨਾ ਹੈ, ਦੋ ਮਿਟਵਾਇਆ ਤੇ ਦੋਵੇਂ ਹੀ ਮਿਟ ਜਾਣਾ ਕੀਤੇ, ਗੁਰੂ ਨੇ ਮਿਟਾ ਦਿੱਤੇ ਹਨ। ਕਹੋ ਕਬੀਰ ਇਹੋ ਰਾਮ ਕੀ ਅੰਸ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਜਿਹੜੀ ਆਤਮਾ ਇਹ ਕੀ ਹੈ, ਇਹ ਤਾਂ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦੀ ਅੰਸ਼ੋ ਦੀ ਜੋਤ ਹੈ। ਪਰਮਾਤਮਾ ਵਾਹਿਗੁਰੂ ਦੀ ਜੋਤ ਹੈ ਸਰੀਰਾਂ ਦੇ ਵਿੱਚ। ਜਸ ਕਾਗਦ ਪਰ ਮਿਟੈ ਨਾ ਮੰਸ। ਬੜਾ ਸੋਹਣਾ ਪ੍ਰਮਾਣ ਦਿੱਤਾ ਵੀ ਜਿਸ ਪ੍ਰਕਾਰ ਕਾਗਜ਼ ਦੇ ਉੱਪਰ ਜਿਹੜੀ ਮਾਂਸ ਸਿਆਹੀ ਦੇ ਅੱਖਰ ਲਿਖੇ ਹੁੰਦੇ ਉਹ ਮਿਟਦੇ ਨਹੀਂ ਹਨ। ਕਿਤੇ ਘਿਓ ਲੱਗ ਜਾਵੇ ਕਾਗਜ਼ ਨੂੰ, ਕਾਗਜ਼ ਸੜ ਜਾਂਦਾ, ਤੇ ਇਸ ਪ੍ਰਕਾਰ ਸਾਧ ਸੰਗਤ ਜੀ ਤੇ ਨਾਲ ਜਿਹੜੇ ਅਕਸ਼ਰ ਉਹ ਅੱਗ ਦੇ ਵਿੱਚੋਂ ਵੀ ਚਮਕੀ ਜਾਂਦੇ ਨੇ। ਇੱਧਰ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਸਾਧ ਸੰਗਤ ਜੀ ਬ੍ਰਹਮ ਸਰੂਪ, ਇਹ ਤਾਂ ਇੱਕ ਦਵਾਤ ਦੀ ਨਿਆਈ ਹੈ। ਬਾਕੀ ਜਿਹੜੇ ਅੱਖਰਾਂ ਦੀ ਨਿਆਈ ਜੀਵ ਹਨ, ਇਹ ਸਾਰੇ ਪਰਮੇਸ਼ਰ ਵਾਹਿਗੁਰੂ ਦੀ ਜੋਤ ਹਨ। ਇਹ ਪਰਮ ਪਵਿੱਤਰ ਉਪਦੇਸ਼ ਕਬੀਰ ਸਾਹਿਬ ਜੀ ਨੇ ਅੱਜ ਸਾਨੂੰ ਲੜੀਵਾਰ ਕਥਾ ਦੇ ਦੁਆਰਾ ਬਖਸ਼ਿਆ ਹੈ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਗੁਰ ਪ੍ਰਸਾਦ ਮੈਂ ਡਗਰੂ ਪਾਇਆ, ਜੀਵਨ ਮਰਨ ਦੋ ਮਿਟਵਾਇਆ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।